ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਦੀਆਂ ਸਾਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਚੱਲ ਰਿਹਾ ਹੈ। ਕੱਲ ਆਪਾਂ ਜੋ 17ਵੇਂ ਘਰ ਦੇ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਜੋ ਲਿਆਉਣ ਦੇ ਬਾਰੇ ਵਿਚਾਰ ਹੋਈ। ਭਾਈ ਗੁਰਦਾਸ ਜੀ ਕਿਹਾ ਮਹਾਰਾਜ ਇਹ ਅਸੀਂ ਚਲੇ ਜਾਂਦੇ ਹਾਂ, ਲੈ ਆਉਨੇ ਹਾਂ। ਮਹਾਰਾਜ ਕਹਿੰਦੇ ਚੰਗਾ ਭਾਈ ਗੁਰਦਾਸ ਜੀ ਤੁਸੀਂ ਜਾ ਆਓ, ਪਰ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ ਹੈ। ਉਪਰੰਤ ਭਾਈ ਗੁਰਦਾਸ ਜੀ ਦੇ ਵਾਪਸ ਆਉਣ ਤੇ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਆਗਿਆ ਹੋਵੇ ਅਸੀਂ ਚਲੇ ਜਾਈਏ। ਮਹਾਰਾਜ ਕਹਿੰਦੇ ਤੁਸੀਂ ਜਾ ਆਓ। ਬਾਬਾ ਬੁੱਢਾ ਜੀ ਵੀ ਜਾ ਕੇ ਆਏ, ਇੱਥੋਂ ਤੱਕ ਕਿ ਚੁਬਾਰੇ ਦਾ ਦਰਵਾਜ਼ਾ ਵੀ ਖੋਲ੍ਹਿਆ, ਪਰ ਫਿਰ ਵੀ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ ਹੈ। ਆਖਰ ਫਿਰ ਬਾਬਾ ਬੁੱਢਾ ਜੀ ਵਾਪਸ ਆ ਗਏ। ਇਹ 17ਵੇਂ ਘਰ ਦਾ ਪ੍ਰਸੰਗ ਹੈ ਜਿਹੜਾ ਕੱਲ ਸਰਵਣ ਕੀਤਾ। ਇੱਕ ਸਮਾਪਤੀ ਵਾਲਾ ਦੋਹਰਾ ਜਿਹੜਾ ਸੀ ਉਹ ਕੱਲ 17ਵੇਂ ਘਰ ਦਾ ਪ੍ਰਸੰਗ ਦਾ ਬਾਕੀ ਰਹਿ ਗਿਆ ਸੀ। ਉੱਥੇ ਹੀ ਆਪਾਂ ਕਥਾ ਜੋ ਹੈ ਉਹ ਅੱਗੇ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਆਗੇ ਜਥਾ ਰਜਾਏ ਹੋਇ ਕਰੈ ਕਾਰ ਪ੍ਰਭ ਸੋਏ। ਬਾਬਾ ਬੁੱਢਾ ਜੀ ਨੇ ਆ ਕੇ ਸਾਰਾ ਕੁਝ ਦੱਸਤਾ
ਮਹਾਰਾਜ ਹੁਣ ਤੁਹਾਡੀ ਜਿਵੇਂ ਰਜਾ ਹੈ ਉਸੇ ਤਰ੍ਹਾਂ ਮਾਲਕ ਜੀ ਤੁਸੀਂ ਕਰ ਲਵੋ। ਗ੍ਰੰਥ ਪ੍ਰਾਪਤੀ ਅਤ ਕਠਨ ਛੂਛ ਮੁਰੇ ਹਮ ਦੋਏ। ਮਾਰੋ ਜੋ ਗ੍ਰੰਥ ਬਾਣੀ ਦੀਆਂ ਪੋਥੀਆਂ ਜੋ ਹੈ ਉਹ ਤੇ ਪ੍ਰਾਪਤ ਹੋਣੀਆਂ ਹੁਣ ਕਠਨ ਲੱਗਦੀਆਂ। ਅਸੀਂ ਤੇ ਦੋਵੇਂ ਜਾਣੇ ਖਾਲੀ ਮੁੜੇ ਆਏ ਹਾਂ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ ਭਾਈ ਗੁਰਦਾਸ ਭਾਈ ਬੁੱਢਾ ਜੀ ਗੋਇੰਦਵਾਲ ਆਗਮਨ ਪ੍ਰਸੰਗ ਵਰਣਨ। ਜੋ ਇਹ ਨਾਮ ਸਪਤ ਦਸਮ ਮੰਦਰ ਹੈ 17ਵੇਂ ਘਰ ਦਾ ਪ੍ਰਸੰਗ, ਜਿਹਦੇ ਵਿੱਚ ਜੋ ਕਿ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਦਾ ਜਾਣਾ ਪਰ ਪੋਥੀਆਂ ਬਾਬਾ ਮੋਹਨ ਜੀ ਤੋਂ ਪ੍ਰਾਪਤ ਨਹੀਂ ਹੋਈਆਂ। ਇਸ ਤੋਂ ਅੱਗੇ 18ਵੇਂ ਘਰ ਵਿੱਚ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਪ੍ਰਸੰਗ ਆਉਂਦਾ ਹੈ ਕਿ ਕਿਵੇਂ ਸਤਿਗੁਰੂ ਜੀ ਪੋਥੀਆਂ ਆਪ ਫਿਰ ਲੈਣ ਜਾਂਦੇ ਹਨ। ਦੋਹਰਾ ਸੁਨ ਸ੍ਰੀ ਬ੍ਰਿਧ ਕੇ ਬਚਨ ਕੋ ਮਨ ਮਹਿ ਕੀਨ ਵਿਚਾਰ। ਤੋ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਸੁਣ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਮਨ ਦੇ ਵਿੱਚ ਵਿਚਾਰ ਕੀਤੀ। ਗਮ ਹੈ ਆਪ ਹਿਤ ਗਿਰਾ ਕੇ ਆਇਸ ਗੁਰ ਗੁਰ ਸਾਰ। ਕਿ ਹੁਣ ਪੋਥੀਆਂ ਦੇ ਵਾਸਤੇ ਬਾਣੀ ਲਿਆਉਣ ਦੇ ਵਾਸਤੇ ਮਹਾਰਾਜ ਨੇ ਵਿਚਾਰਿਆ ਹੈ ਕਿ ਸਾਨੂੰ ਆਪ ਜਾਣਾ ਚਾਹੀਦਾ ਹੈ। ਆਇਸ ਗੁਰ ਗੁਰ ਸਾਰ। ਗੁਰੂ ਮਹਾਰਾਜ ਦੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹੀ ਆਗਿਆ, ਗੁਰੂ ਅਮਰਦਾਸ ਮਹਾਰਾਜ ਜੀ ਦੀ ਵੀ ਇਹੀ ਆਗਿਆ ਕਿ ਤੁਸੀਂ ਬਾਬਾ ਮੋਹਨ ਜੀ ਨੂੰ ਕਿਹਾ ਸੀ ਕਿ ਪੋਥੀਆਂ ਤੁਸੀਂ ਸੇਵਾ ਕਰਨੀ ਹੈ। ਸਮਾਂ ਆਵੇਗਾ ਜੋ ਪੰਜਵੀਂ ਜਗ੍ਹਾ ਤੇ ਸਾਡੇ ਬਿਰਾਜਮਾਨ ਹੋ ਆਪ ਆਉਣਗੇ ਪੋਥੀਆਂ ਲੈਣ। ਉਹ ਸਾਰੀ ਗੁਰੂ ਕਾ ਹੀ ਹੁਕਮ ਹੈ। ਅੜਲ ਇਮ ਵਿਚਾਰ ਕਰ ਗੁਰੂ ਸੋ। ਇਸ ਤਰ੍ਹਾਂ ਵਿਚਾਰ ਕਰਕੇ ਫਿਰ ਬਾਕ ਬਖਾਨਿਓ। ਸਤਿਗੁਰਾਂ ਨੇ ਬਚਨ ਕਹੇ ਹਨ, ਤਿਆਰੀ ਹਮਰੀ ਕਰੋ ਪ੍ਰਾਤ ਪ੍ਰਸਥਾਨਿਓ। ਮਹਾਰਾਜ ਕਹਿੰਦੇ ਭਾਈ ਸਾਡੇ ਜਾਣ ਦੀ ਤਿਆਰੀ ਕਰੋ, ਸਵੇਰ ਵੇਲੇ ਅਸੀਂ ਜਾਵਾਂਗੇ। ਜਾਨ ਲੀਨ ਸਭ ਹੂਨ ਸੋ ਨਿਸਾ ਬਿਤਾਏ ਕੈ। ਸਾਰਿਆਂ ਨੇ ਜਾਣ ਲਿਆ ਕਿਉਂਕਿ ਹੁਣ ਮਹਾਰਾਜ ਨੇ ਆਪ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੋਥੀਆਂ ਲੈਣ ਗੁਰਬਾਣੀ ਦੀਆਂ। ਉਹ ਗੱਲ ਸਾਰੀ ਜਾਨ ਲੀਨ ਸਭ ਹੂਨ ਸੋ ਨਿਸਾ ਬਿਤਾਏ ਕੈ। ਤੇ ਫਿਰ ਰਾਤ ਬਤੀਤ ਕਰਕੇ ਹੋ ਪ੍ਰਾਤ ਕੀਨ ਇਸ਼ਨਾਨ। ਤੇ ਜਦੋਂ ਭਾਈ ਸਵੇਰ ਹੋਈ ਇਸ਼ਨਾਨ ਕੀਤਾ ਸੁਦਾ ਸਰ ਜਾਏ ਕੈ। ਅੰਮ੍ਰਿਤਸਰ ਸਰੋਵਰ ਵਿੱਚ ਜਾ ਕਰਕੇ ਸਭ ਗੁਰ ਆਦ ਮਨਾਏ। ਸਾਰੇ ਗੁਰੂ ਪਾਤਸ਼ਾਹ ਪਹਿਲਾਂ ਮਨਾਏ, ਅਰਦਾਸ ਕੀਤੀ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਲੈ ਕਰ ਅਰੂਢੇ ਪਾਲਕੀ। ਫਿਰ ਮਹਾਰਾਜ ਪਾਲਕੀ ਵਿੱਚ ਸਵਾਰ ਹੋ ਗਏ ਨੇ। ਜਿਨ ਕੀ ਕਿਰਪਾ ਸੋ ਦ੍ਰਿਸ਼ਟ। ਐਸੇ ਸਤਿਗੁਰੂ ਜਿਨ੍ਹਾਂ ਦੀ ਗੁਰਮੁਖੋਂ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਹੀ ਪੀਰ ਨਹਿ ਕਾਲ ਕੀ। ਜਿਹੜਾ ਕਾਲ ਕਲੀ ਕਾਲ ਹੈ ਇਹਦੀ ਕੋਈ ਜਾਂ ਕਲਯੁਗ ਦੀ ਪੀੜਾ ਨਹੀਂ ਹੁੰਦੀ ਹੈ। ਸਿੱਖ ਸੰਗਤ ਸਮੁਦਾਇ। ਜਿੰਨੀਆਂ ਵੀ ਸਿੱਖ ਸੰਗਤਾਂ ਹਨ ਸਾਰੀਆਂ ਹੀ ਦਾਸ ਸੋ ਭਗਤ ਚੱਲੇ। ਜਿੰਨੇ ਸੇਵਕ ਹੈ ਸਾਰੇ ਭਾਈ ਸੋਭ ਨਾਲ ਸੋਭਤੇ ਹੋਏ ਚੰਗੇ ਸੋਭ ਕਰਕੇ ਚੱਲੇ ਹਨ। ਹੋ ਮਨੋ ਚੰਦਰਮਾ ਸੰਗ। ਇਉਂ ਜਾ ਰਹੇ ਨੇ ਵੀ ਮਾਨੋ ਜਿਵੇਂ ਚੰਦਰਮਾ ਦੇ ਨਾਲ ਤਾਰਕਾ ਗਨ ਭਲੇ। ਸਭ ਚੰਗੇ ਤਾਰੇ ਬੇਅੰਤ ਨਾਲ ਹਨ। ਸਨੇ ਸਨੇ ਚੱਲ ਆਏ। ਹੌਲੀ ਹੌਲੀ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕਰਕੇ ਸੋ ਗੋਇੰਦਵਾਲ ਕੋ ਗੋਇੰਦਵਾਲ ਸਾਹਿਬ ਵੱਲ ਨੂੰ ਆ ਗਏ। ਜਹਾਂ ਬਿਪਾਸਾ ਨਦੀ, ਉਹ ਜਗ੍ਹਾ ਜਿੱਥੇ ਬਿਆਸ ਨਦੀ ਦਾ ਪ੍ਰਵਾਹੇ ਵਿਸਾਲ ਕੋ, ਬਹੁਤ ਵੱਡਾ ਪ੍ਰਵਾਹ ਚੱਲਦਾ ਹੈ। ਬਾਪੀ ਮੱਜਨ ਕੀਨ, ਫਿਰ ਬੌਲੀ ਸਾਹਿਬ ਦਾ ਇਸ਼ਨਾਨ ਕੀਤਾ। ਧਿਆਨ ਸਤਿਗੁਰ ਧਰੇ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਧਿਆਨ ਧਰਿਆ। ਹੋ ਗਮਨੇ ਪੁਰ ਮੈਂ ਆਪ, ਫਿਰ ਮਹਾਰਾਜ ਅੱਗੇ ਨਗਰ ਵੱਲ ਨੂੰ, ਉਦੋਂ ਤੇ ਹੁਣ ਤਾਂ ਦੇਖੋ ਵਿੱਚ ਹੀ ਆ ਗਿਆ ਨਾ ਸਾਰਾ ਸਥਾਨ, ਕਿੰਨੀਆਂ ਦੁਕਾਨਾਂ ਪੈ ਹੋਰ। ਇਹ ਬਾਰ-ਬਾਰ ਸਥਾਨ ਸੀ ਬੌਲੀ ਸਾਹਿਬ, ਘਰ ਅੰਦਰ ਸਨ। ਆਪਾਂ ਵੇਖਦੇ ਅੰਦਰ ਨੂੰ ਜਾ ਕੇ, ਤੇ ਸਤਿਗੁਰੂ ਜੀ ਹੁਣ ਨਗਰ ਵਿੱਚ ਨੂੰ ਚੱਲੇ। ਤੰਬੂਰਾ ਕਰ ਧਰੇ, ਆਪ ਸਤਿਗੁਰੂ ਜੀ ਨੇ ਹੋ ਗਮਨੇ ਪੁਰ ਮੈਂ ਆਪ, ਤੰਬੂਰਾ ਕਰ ਧਰੇ। ਹੱਥ ਵਿੱਚ ਤੰਬੂਰਾ ਸਾਜ਼ ਹੈ, ਉਹ ਫੜਿਆ ਹੈ। ਗੁਰ ਸਤ ਮੋਹਿਨ ਜਹਾਂ, ਜਿੱਥੇ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਬਾਬਾ ਮੋਹਨ ਜੀ ਚੁਬਾਰੇ ਮੈਂ ਰਹਿ, ਚੁਬਾਰਾ ਸਾਹਿਬ ਦੇ ਵਿੱਚ ਰਹਿ ਰਹੇ ਹਨ। ਤਿਸ ਨੀਚੇ ਜੋ ਗਲੀ ਜਾਤ, ਉਹ ਚੁਬਾਰੇ ਦੇ ਨਾਲ ਦੀ ਹੇਠਾਂ ਜਿਹੜੀ ਗਲੀ ਰਸਤਾ ਜਾਂਦਾ ਸੀ, ਤੇ ਠਾਂ ਲਹੈ, ਉਸ ਜਗ੍ਹਾ ਲੈ ਕੇ ਭਾਵ ਉੱਥੇ ਬਹਿ ਕੇ ਭੂਤਲ ਬੈਠੇ ਆਪ। ਧਰਤੀ ਦੇ ਮਹਾਰਾਜ ਹੇਠਾਂ ਉਸ ਗਲੀ ਵਿੱਚ ਰਸਤੇ ਵਿੱਚ ਆਪ ਬਹਿ ਗਏ। ਸਿੱਖ ਤਬ ਦੇਖ ਕੇ, ਤਾਂ ਸਿੱਖ ਇਹ ਗੱਲ ਵੇਖ ਕਰਕੇ ਹੋ ਦੌਰੇ ਆਸਨ ਲੈਨ, ਭੱਜ ਕੇ ਆਸਣ ਲੈਣ ਵਾਸਤੇ ਗਏ ਨੇ। ਸੋ ਬਿਸਮ ਬਸੇਖ ਕੈ, ਇਹ ਵੇਖ ਕੇ ਬਹੁਤ ਹੈਰਾਨ ਵੀ ਹੋਏ। ਸਫੇ ਗਲੀਚੇ ਆਦ, ਸਫਾ ਗਲੀਚਾ ਇਤਿਆਦਿਕ ਸੋ ਲਿਆਏ ਬਿਛਾਵਨੈ, ਉਹ ਵਿਛਾਉਣ ਦੇ ਵਾਸਤੇ ਲਿਆਏ ਹਨ। ਮਿਰਦਲ ਬਾਕ ਕਹਿ ਸਭਨ, ਤਾਂ ਸਤਿਗੁਰਾਂ ਨੇ ਬਹੁਤ ਮਿੱਠੇ ਕੋਮਲ ਸਾਰਿਆਂ ਨੂੰ ਬਚਨ ਕਹਿ ਕੇ ਸੋ ਕਰੇ ਸੋ ਹਟਾਵਨੇ, ਇਹ ਸਾਰਾ ਕੁਝ ਵਾਪਸ ਮੋੜ ਦਿੱਤਾ। ਤਾਂਬੂਰਾ ਸੁਰ ਠਾਨ, ਫਿਰ ਉਹ ਜਿਹੜਾ ਤੰਬੂਰਾ ਸਾਜ਼ ਸੀ ਉਹਨੂੰ ਸੁਰ ਕੀਤਾ। ਲੱਗੇ ਪੁਨ ਗਾਵਨੇ, ਹੇ ਮਹਾਰਾਜ ਜੀ ਸ਼ਬਦ ਗਾਇਨ ਕਰਨ ਲੱਗੇ। ਹੋ ਗੌੜੀ ਰਾਗ ਅਲਾਪ, ਤੇ ਮਹਾਰਾਜ ਨੇ ਗੌੜੀ ਰਾਗ ਅਲਾਪਿਆ ਹੈ। ਮਧੁਰ ਸੁਰ ਭਾਵਨੇ, ਬਹੁਤ ਮਿੱਠਾ ਸੁਰ ਜਿਹੜਾ ਮਨ ਨੂੰ ਭਾਉਣ ਵਾਲਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਲਾਇਆ। ਤੇ ਗਰੀਬ ਨਵਾਜ ਪਾਤਸ਼ਾਹ ਨੇ ਫਿਰ ਇਹ ਸ਼ਬਦ ਜਿਹੜਾ ਕਿ ਗੌੜੀ ਰਾਗ ਵਿੱਚ ਹੈ, ਰਾਗ ਹੈ ਗੌੜੀ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਜੋ ਸ਼ਬਦ ਗੌੜੀ ਮਹੱਲਾ ਪੰਜਵਾ। ਮੋਹਨ ਤੇਰੇ ਉੱਚੇ ਮੰਦਰ ਮਹਲ ਅਪਾਰਾ, ਮੋਹਨ ਇਹ ਬਹੁਤ ਹੀ ਭਾਵਪੂਰਤ ਸਤਿਗੁਰਾਂ ਨੇ ਇੱਕ ਤੇ ਬੇਨਤੀ ਕਰਦਿਆਂ ਕਿ ਇਸ ਦੀ ਉਥਾਨਕਾ ਸ਼ਬਦ ਦੀ, ਇਹ ਤੰਬੂਰਾ ਲੈ ਕੇ ਤਾਨਪੁਰਾ, ਇਹ ਤੰਬੂਰ ਗੰਧਰਵ ਦੀ ਰਚੀ ਹੋਈ ਇੱਕ ਬੀਣਾ। ਕਹਿੰਦੇ ਆ ਵੀ ਉਹਦੇ ਇਸ ਤਰ੍ਹਾਂ 4 ਤਾਰ ਹੁੰਦੇ ਆ ਤੇ ਤੂੰਬੇ ਨੂੰ ਡੰਡੀ ਲੱਗੀ ਹੁੰਦੀ ਹੈ, ਇਸ ਤਰ੍ਹਾਂ ਇਹ ਸਾਜ਼ ਬਣਦਾ ਹੈ। ਇਹ ਗਵਈਏ ਗਾਇਨ ਕਰਦੇ ਨੇ। ਹੁਣ ਇਹ ਜਿਹੜਾ ਸ਼ਬਦ ਹੈ ਇਹਦੀ ਉਥਾਨਕਾ ਵਿੱਚ ਭਾਵੇਂ ਇਹ ਸ਼ਬਦ ਬਾਬਾ ਮੋਹਨ ਜੀ ਦੇ ਪਰਥਾਏ ਹੈ, ਇਸ ਕਰਕੇ ਬਾਬਾ ਮੋਹਨ ਜੀ ਦਾ ਨਾਮ ਬਾਰ-ਬਾਰ ਆਇਆ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਭਾਈ ਲਾਲੋ ਦੇ ਪਰਥਾਏ ਮਨਾ ਬਾਦ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਲਿਆ ਗਿਆਨ ਵੇ ਲਾਲੋ, ਇਹਦੇ ਵਿੱਚ ਵਾਰ-ਵਾਰ ਭਾਈ ਲਾਲੋ ਦਾ ਨਾਮ ਆਇਆ। ਉਸੇ ਤਰ੍ਹਾਂ ਹੀ ਭਾਈ ਇੱਥੇ ਜਾਣਨਾ ਹੈ
ਸ਼ਬਦ ਜਿਵੇਂ ਭਾਵੇਂ ਭਾਈ ਲਾਲੋ ਦੇ ਪ੍ਰਥਾਏ ਹੈ ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਸ਼ਬਦ ਬਾਬਾ ਮੋਹਨ ਜੀ ਦੇ ਪ੍ਰਥਾਏ ਹੈ। ਹੋਰ ਵੀ ਅਨੇਕਾਂ ਸ਼ਬਦ ਨੇ। ਅੱਜ ਕੱਲ ਜਿਹੜੇ ਵਿਆਖਿਆਕਾਰ ਹੈ ਉਹ ਬੇਅਰਥ ਦਾ ਐਵੇਂ ਖੰਡਨ ਕਰਨ ਦੇ ਵਿੱਚ ਲੱਗ ਜਾਂਦੇ ਹੈ। ਇਹਦੇ ਭਾਵ ਨੂੰ ਸਮਝਣ ਦੀ ਲੋੜ ਹੈ। ਜੋ ਬਚਨ ਹੈ ਗੁਰਬਾਣੀ ਵਿੱਚ, ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਤੋ ਸਤਿਗੁਰੂ ਨੇ ਇਹਦਾ ਅੰਤਰੀਵ ਗੂੜ ਸਿਧਾਂਤ ਵੀ ਸਾਨੂੰ ਸਮਝਣ ਦਾ ਉਪਦੇਸ਼ ਦਿੱਤਾ। ਇਹ ਜਿਹੜਾ ਤਰੀਕਾ ਵਰਤਿਆ ਸਮਝਾਉਣ ਦਾ, ਤੋ ਗੁਰੂ ਪਾਤਸ਼ਾਹ ਮਹਾਰਾਜ ਨੇ ਜਿੱਥੇ ਮੋਹਣ, ਦੇਖੋ ਮੋਹਣ ਅਕਾਲ ਪੁਰਖ ਪਰਮਾਤਮਾ ਨੂੰ ਵੀ ਹੈ ਕਿ ਜਿਹੜਾ ਸਾਰਿਆਂ ਨੂੰ ਮੋਹ ਲੈਂਦਾ ਹੈ, ਜਿਹੜਾ ਭਾਈ ਉਹਦੇ ਮਾਇਆ ਜਾਂ ਮੋਹਨ, ਜਿਹੜਾ ਮਾਇਆ ਦੇ ਮੋਹ ਨੂੰ ਹਰਨ ਵਾਲਾ ਮੋਹਨ ਪਰਮਾਤਮਾ ਹੈ। ਤੇ ਐਸਾ ਪਰਮੇਸ਼ਰ ਵਾਹਿਗੁਰੂ, ਤੇ ਉਸ ਦਾ ਭਾਈ ਜਿਵੇਂ ਇਹ ਜਿਹੜਾ ਉੱਚਾ ਮੰਦਰ ਮਹਿਲ ਕੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਉਪਰੋਕਤ ਗਿਆਨ ਜਾਂ ਜਿੰਨੀਆਂ ਵੀ ਭਾਈ ਆ ਪੁਰੀਆਂ ਨੇ, ਇਹਨਾਂ ਤੋਂ ਮਹਾਰਾਜ ਦੇ ਜਿਹੜੇ ਮੰਦਰ ਹੈ ਉੱਚੇ ਹੈ। ਸਾਧ ਸੰਗਤ ਰੂਪੀ ਮੰਦਰ ਵੀ ਉੱਚਾ ਹੈ। ਫਿਰ ਜਿਹੜਾ ਬਾਦਸ਼ਾਹ ਦਾ ਇੱਥੋਂ ਤੁਰਿਆ ਪਦ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ, ਉਹ ਵੀ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਇਸ ਤਰ੍ਹਾਂ ਸਾਧ ਸੰਗਤ ਇੱਥੇ ਦੁਆਰ ਹੈ, ਜਿਹੜਾ ਦਰਵਾਜ਼ਾ ਸੋਭਦਾ ਹੈ। ਤੇ ਜਿਵੇਂ ਸੰਤ ਧਰਮਸ਼ਾਲਾ, ਗੁਰਸਿੱਖ ਸਾਧੂ ਮਹਾਤਮਾ ਸੰਤ, ਇਹ ਭਾਈ ਧਰਮਸਾਲ ਰੂਪ ਇੱਥੇ। ਫਿਰ ਗਿਆਨ ਰੂਪੀ ਦਰਵਾਜ਼ੇ। ਇਸ ਤਰ੍ਹਾਂ ਇਹ ਤੰਤਰੀਵ ਅਰਥ ਜਿਹੜੇ ਹੈ ਉਹ ਵੀ ਹੈ। ਤੇ ਪ੍ਰਥਾਏ ਜਿਹੜਾ ਇਹ ਫਿਰ ਬਾਬਾ ਮੋਹਨ ਜੀ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ। ਬਾਬਾ ਮੋਹਨ ਜੀ ਦੀ ਉਪਮਾ ਰੂਪ ਵਿੱਚ ਹੀ ਫਿਰ ਇਹ ਜਿਹੜਾ ਸਾਨੂੰ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ, ਇਹ ਵੀ ਭਾਵ ਸਮਝਣਾ ਹੈ। ਗੁਰੂ ਪਾਤਸ਼ਾਹ ਉਪਦੇਸ਼ ਕਰਦੇ ਨੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। हे ਬਾਬਾ ਮੋਹਨ ਜੀ, ਬਹੁਤ ਸੋਹਣੇ ਤੁਹਾਡਾ ਇਹ ਮੰਦਰ ਹੈ ਜੋ ਚੁਬਾਰਾ ਸਾਹਿਬ ਬਣਿਆ ਹੋਇਆ ਹੈ, ਜਿੱਥੇ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਬਿਰਾਜਦੇ ਰਹੇ। ਫਿਰ ਉੱਚੀ ਜਗ੍ਹਾ ਤੇ ਗੁਰਬਾਣੀ ਦੀਆਂ ਪੋਥੀਆਂ ਉੱਥੇ ਜਿਹੜੀਆਂ ਬਿਰਾਜਮਾਨ ਕੀਤੀਆਂ। ਇਹ ਬਾਬਾ ਮੋਹਨ, ਇਹ ਉੱਚਾ ਤੇਰਾ ਜਿਹੜਾ ਮੰਦਰ ਹੈ, ਚੁਬਾਰਾ ਹੈ, ਮਹਿਲ ਅਪਾਰਾ। ਇਹ ਜਾਣ ਲਓ, ਇਹਦੇ ਵਿੱਚ ਜੋ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਉਸ ਦੀ ਸਿਫਤ ਨਾਮ ਬਾਣੀ ਪੋਥੀਆਂ ਹਨ। ਇਸ ਕਰਕੇ ਸੋਹਣੇ ਸੁੰਦਰ ਮਹਿਲ ਮਕਾਨ ਬਣੇ ਹਨ। ਮੋਹਨ ਤੇਰੇ ਸੋਹਨ ਦਵਾਰ ਜੀਓ, ਸੰਤ ਧਰਮਸ਼ਾਲਾ। ਹੈ ਬਾਬਾ ਮੋਹਨ, ਤੇਰੇ ਜਿਹੜੇ ਦੁਆਰ ਨੇ, ਮੋਹਨ ਤੇਰੇ ਸੋਹਨ ਦੁਆਰ ਜੀਓ। ਆਹ ਦਰਵਾਜ਼ੇ ਜਿਹੜੇ ਤੁਹਾਡੇ, ਇਹ ਵੀ ਸੋਭਦੇ ਨੇ। ਕਿਹਦੇ ਵਾਸਤੇ? ਗੁਰਮੁਖਾਂ ਸਾਧੂਆਂ ਦੇ ਵਾਸਾ ਕਰਨ ਵਾਲੇ। ਇਹ ਧਰਮਸ਼ਾਲਾ ਜਿਹੜੀ ਆ ਸੰਤ ਧਰਮਸ਼ਾਲਾ, ਸੰਤਾਂ ਗੁਰਮੁਖਾਂ ਦੇ ਨਿਵਾਸ ਲਈ ਧਰਮਸ਼ਾਲ, ਧਰਮ ਦੀ ਥਾਂ ਸੋਭਦੀ ਹੈ। ਇੱਕ ਧਰਮਸ਼ਾਲਾ ਸੀ, ਉਹਦੇ ਵਿੱਚ ਸੰਤ ਭਗਤ ਗੁਰਮੁਖ ਸਤਸੰਗ ਕਰਦੇ। ਮਹਾਰਾਜ ਕਹਿੰਦੇ ਇਹ ਵੀ ਸੋਭ ਰਹੀ ਹੈ। ਧਰਮਸਾਲ ਅਪਾਰ ਦਇਆਰ ਠਾਕੁਰ, ਸਦਾ ਕੀਰਤਨ ਗਾਵਹਿ। ਫਿਰ ਇਹ ਜੋ ਧਰਮਸਾਲ ਹੈ, ਧਰਮਸਾਲ ਅਪਾਰ ਦਇਆਰ ਠਾਕੁਰ, ਜੋ ਪਾਰਾਵਾਰ ਤੋਂ ਰਹਿਤ ਹੈ, ਦਇਆਰ ਭਾਵ ਦਿਆਲੂ ਹੈ, ਠਾਕੁਰ ਜੋ ਸਭ ਦਾ ਮਾਲਕ ਹੈ, ਉਹਦੀ ਇਹ ਧਰਮਸਾਲ ਹੈ ਜੋ ਹਮੇਸ਼ਾ ਹੀ ਸਦਾ ਕੀਰਤਨ ਗਾਵੇ। ਜਿੱਥੇ ਗੁਰਮੁਖ ਜਨ ਸੰਗਤਾਂ ਵਾਹਿਗੁਰੂ ਦੇ ਪਰਮੇਸ਼ਰ ਦੇ ਜਸ ਨੂੰ ਗਾਉਂਦੀਆਂ ਹਨ। ਜਹ ਸਾਧ ਸੰਤ ਇਕੱਤਰ ਹੋਵਹਿ, ਤਾਹਾ ਤੁਝੈ ਧਿਆਵਹਿ। ਐ ਬਾਬਾ ਮੋਹਨ ਜੀ, ਜਿੱਥੇ ਫਿਰ ਸਾਧੂ ਸੰਤ ਗੁਰਮੁਖ ਜਿਹੜੇ ਹਨ ਉਹ ਇਕੱਠੇ ਹੁੰਦੇ ਐ ਸਾਸੰਗ ਰੂਪ ਦੇ ਵਿੱਚ ਗੁਰਸਿੱਖ, ਉੱਥੇ ਤੁਹਾਨੂੰ ਵੀ ਯਾਦ ਕਰਦੇ ਨੇ ਕਿ ਦੇਖੋ
ਗੁਰੂ ਪਾਤਸ਼ਾਹ ਮਹਾਰਾਜ ਨੇ ਸਾਧੂਆਂ ਸੰਤਾਂ ਲਈ ਇਕੱਤਰ ਵਾਸਤੇ ਧਰਮਸਾਲ ਬਣਾਈ ਤੇ ਗੁਰਬਾਣੀ ਦਾ ਗਾਇਨ ਹੁੰਦਾ। ਉਹ ਗੁਰਬਾਣੀ ਗੁਰੂ ਕੇ ਪੁੱਤਰ ਕਿੰਨੀ ਸੇਵਾ ਕਰਦੇ ਹਨ। ਕਿੰਨੀ ਇਹਨਾਂ ਦੀ ਉਪਮਾ ਹੈ ਜੋ ਲਗਾਤਾਰ ਇੱਕ ਰਸ ਸਮਾਧੀ ਵਿੱਚ ਰਹਿੰਦੇ ਨੇ। ਇਉਂ ਤੁਹਾਨੂੰ ਵੀ ਧਿਆਵੇ ਤੋਂ ਭਾਵ ਇੱਥੇ ਯਾਦ ਕਰਦੇ ਆ ਕਿ ਕੈਸੇ ਬਚਨ ਦੇ ਸੂਰਬੀਰ ਬਲੀ ਹਨ। ਕਰ ਦਇਆ ਮਇਆ ਦਇਆਲ ਸੁਆਮੀ, ਹੋ ਦੀਨ ਕਿਰਪਾਰਾ। ਤੋ ਇਸ ਤਰ੍ਹਾਂ ਦਇਆ ਮਇਆ ਜੋ ਦਿਆਲੂ ਸਰੂਪ, ਮਇਆ ਕਿਰਪਾ ਕਰਨ ਵਾਲਾ, ਸੁਆਮੀ ਹੈ ਮਾਲਕ ਹੈ ਪਰਮੇਸ਼ਰ, ਹੋ ਦੀਨ ਕਿਰਪਾਰਾ। ਤੇ ਇਸ ਤਰ੍ਹਾਂ ਗਰੀਬਾਂ ਦੇ ਉੱਤੇ ਕਿਰਪਾਲੂ ਹੋਵੋ, ਕਿਰਪਾ ਕਰੋ। ਹੈ ਪਰਮੇਸ਼ਰ ਦੇ ਪਿਆਰਿਓ, ਸਾਡੇ ਤੇ ਕਿਰਪਾ ਕਰੋ ਕਿ ਜਿਹੜੇ ਕਾਰਜ ਵਾਸਤੇ ਅਸੀਂ ਆਏ ਆ, ਬਾਣੀ ਇਕੱਤਰ ਕਰਨੀ ਹੈ, ਉਹ ਪੋਥੀਆਂ ਜੋ ਪ੍ਰਾਪਤ ਹੋ ਜਾਣ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਬੇਨਤੀ ਕੀਤੀ, ਬਾਬਾ ਮੋਹਣ ਅਸੀਂ ਤਾਂ ਤੁਹਾਡੇ ਦਰਸ਼ਨਾਂ ਦੇ ਪਿਆਸੇ ਹਾਂ। ਮਿਲ ਦਰਸ਼ਨ ਸੁਖ ਸਾਰਾ, ਤੁਹਾਡੇ ਦਰਸ਼ਨ ਮਿਲ ਜਾਣ ਤਾਂ ਸਾਰੇ ਸੁੱਖ ਆਨੰਦ ਪ੍ਰਾਪਤ ਹੋ ਜਾਣਗੇ। ਸਾਰਾ ਸ੍ਰੇਸ਼ਟ ਸੁੱਖ ਆਨੰਦ ਦੀ ਸਾਨੂੰ ਪ੍ਰਾਪਤੀ ਹੋਊਗੀ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਦਾ ਪਦਾ ਗਾਇਨ ਕੀਤਾ ਦੋਹਰਾ। ਅੱਗੇ ਸੰਤਰੇਣ ਜੀ ਦੱਸਦੇ ਹਨ, ਅਸ ਬਿਦ ਸ਼ਬਦ ਬਖਾਨ ਜਬ, ਮੋਹਨ ਖੁੱਲੀ ਸਮਾਦ। ਕਿਉਂਕਿ ਉਹ ਜਿਹੜੀ ਸਮਾਧੀ ਸੀ ਉਹ ਇਸੇ ਤਰ੍ਹਾਂ ਹੀ ਸ਼ਬਦ ਦੇ ਅਲਾਪ ਨਾਲ ਹੀ ਖੁੱਲਣੀ ਸੀ। ਉਹ ਸੋੜ ਨਹੀਂ ਕੋਈ ਤਰੀਕਾ ਸੀ। ਮਹਾਰਾਜ ਇਹ ਗੱਲ ਨੂੰ ਜਾਣਦੇ ਸੀ ਕਿ ਸਾਡੇ ਨਿਰਾਕਾਰ ਰੂਪ ਦੇ ਵਿੱਚ ਹੀ ਇਹਨਾਂ ਦੀ ਸਮਾਧੀ ਲੱਗੀ ਹੈ। ਹੁਣ ਗੁਰੂ ਨਿਰਾਕਾਰ ਦਾ ਰੂਪ ਹੈ, ਉਹਨਾਂ ਨੂੰ ਪਤਾ ਕਿਵੇਂ ਸਮਾਧੀ ਨੂੰ ਖੋਲ੍ਹਣਾ ਹੈ। ਜਦੋਂ ਇਹ ਸ਼ਬਦ ਦਾ ਪਦਾ ਮਹਾਰਾਜ ਨੇ ਗਾਇਨ ਕੀਤਾ, ਅਸ ਬਿਦ ਸ਼ਬਦ ਬਖਾਨ ਜਬ, ਜਦੋਂ ਸ਼ਬਦ ਦਾ ਇਉਂ ਬਖਿਆਨ ਕੀਤਾ, ਮੋਹਨ ਖੁੱਲੀ ਸਮਾਦ, ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ। ਜਾਨ ਲੀਨ ਆਏ ਗੁਰੂ, ਜਿਨ ਆਸ਼ੈ ਆਗਾਦ। ਤੇ ਬਾਬਾ ਜੀ ਜਾਣ ਗਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਏ ਹੈ, ਜਿਨ੍ਹਾਂ ਦਾ ਜਿਹੜਾ ਆਸ਼ਾ ਹੈ ਉਹ ਬਹੁਤ ਅਗਾਧ ਹੈ, ਡੂੰਘਾ ਹੈ। ਪੌਨ ਗੁਰ ਦੂਸਰ ਪਾਦ ਕੋ, ਕੀਨੋ ਭਲੇ ਅਲਾਪ। ਫਿਰ ਮਹਾਰਾਜ ਨੇ ਦੂਸਰੇ ਪਦੇ ਦਾ ਗਾਇਨ ਕੀਤਾ, ਭਲੀ ਪ੍ਰਕਾਰ ਅਲਾਪ ਕੀਤਾ ਹੈ। ਸੁਨੈ ਪੜੈ ਜੋ ਪ੍ਰੇਮ ਸੋ, ਪਾਪ ਜਾਹੇ ਤਿਸ ਖਾਪ। ਜਿਹੜਾ ਕੋਈ ਪ੍ਰੇਮ ਸਤਿਕਾਰ ਨਾਲ ਸੁਣੇ ਪੜੇਗਾ, ਉਹ ਭਾਈ ਉਹਦੇ ਪਾਪ ਜਿਹੜੇ ਹਨ ਇਹ ਨਾਸ਼ ਹੋ ਜਾਣਗੇ। ਇਉਂ ਗੁਰਬਾਣੀ ਨੂੰ ਜੇ ਕੋਈ ਸੁਣੇਗਾ ਵੀ, ਇਸ ਨੂੰ ਪੜ੍ਹੇਗਾ। ਇਹ ਫਿਰ ਗੁਰੂ ਪਾਤਸ਼ਾਹ ਮਹਾਰਾਜ ਨੇ ਦੂਜਾ ਪਦਾ ਜਦੋਂ ਸਮਾਧੀ ਖੁੱਲੀ, ਵੇਖਿਆ ਗੁਰੂ ਅਰਜਨ ਦੇਵ ਸੰਗਤਾਂ ਸਮੇਤ ਬੈਠੇ ਤੰਬੂਰਾ ਫੜ ਕੇ ਸ਼ਬਦ ਗਾਇਨ ਕਰ ਰਹੇ। ਫੇਰ ਕਹਿਤਾ, ਇਹ ਸਾਡੇ ਘਰ ਵਿੱਚੋਂ ਕਹਿੰਦੇ ਗੁਰਿਆਈ ਸੋਢੀ ਲੈ ਗਏ। ਇਹ ਹੁਣ ਰਿਸ਼ਤੇ ਵਿੱਚ ਤਾਂ ਗੁਰਮੁਖੋ ਭਾਣਜੇ ਲੱਗਦੇ ਆ ਨਾ, ਤਾਂ ਸੋਢ ਵੰਸ਼ ਵਿੱਚ ਬਾਬਾ ਮੋਹਨ ਜੀ ਦੀ ਭੈਣ ਜੋ ਸਤਿਕਾਰਯੋਗ ਮਾਤਾ ਭਾਨੀ, ਉਹ ਸੋਢੀ ਵੰਸ਼ ਵਿੱਚ ਹੀ ਵਿਆਹੀ ਗਈ ਨਾ। ਤੇ ਦੇਖੋ ਭੱਲਿਆਂ ਤੋਂ ਅੱਗੇ ਗੁਰਤਾ ਸੋਢੀਆਂ ਕੋਲ ਆ ਗਈ। ਕਹਿੰਦੇ ਸੋਢੀ ਗੁਰਿਆਈ ਲੈ ਗਏ ਤੇ ਹੁਣ ਇਹ ਬਾਣੀ ਵੀ ਲੈਣ ਵਾਸਤੇ ਆ ਗਏ। ਕਿਉਂ ਉਹ ਸਮਾਂ ਫਿਰ ਗੁਰਗੱਦੀ ਸਾਂਭ ਲਈ ਤਰਕ ਜੀ ਕੀਤੀ ਉਸ ਸਮੇਂ। ਇਹ ਵੀ ਗੁਰਮੁਖੋ ਇੱਕ ਤਰ੍ਹਾਂ ਨਾਲ ਮਹਾਰਾਜ ਨੇ ਜਾਣਿਆ, ਗੁਰੂ ਪਿਆਰ ਵਾਲੀ ਹੋਈ ਬਾਤ ਹੈ। ਸਤਿਗੁਰਾਂ ਨੇ ਫਿਰ ਇਹ ਦੂਜਾ ਪਦਾ ਉਚਾਰਿਆ ਹੈ, ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ। ਹੈ ਬਾਬਾ ਮੋਹਨ,
ਤੁਹਾਡੇ ਜਿਹੜੇ ਬਚਨ ਨੇ ਬੜੇ ਅਨੂਪਮ ਹੈ, ਉਪਮਾ ਤੋਂ ਵੀ ਉੱਪਰ ਨੇ, ਤੇ ਚਾਲ ਨਿਰਾਲੀ ਜਿਹੜੀ ਤੁਹਾਡੀ ਜੀਵਨ ਦੀ ਚਾਲ ਹੈ, 10 ਦੁਆਰ ਦੁਆਰਾ ਸਮਾਧੀ ਲਾਉਣ ਵਾਲੀ, ਇਹ ਵੀ ਵੱਖਰੀ ਹੋਈ ਹੈ। ਇਹ ਕਿਹੜਾ ਵੀ ਇਉਂ ਜਿਹੜੇ ਦੁੱਖਨ ਜਿਹੜੇ ਬਚਨ ਨੇ ਉਹਨਾਂ ਨੂੰ ਵੀ ਗੁਰਮੁਖੋ ਭੂਖਣ ਬਣਾ ਲੈਣਾ, ਗਹਿਣਾ ਬਣਾ ਦੇਣਾ ਵੀ ਮੋਹਨ ਜੀ ਸੱਚ ਕਹਿੰਦੇ ਹੋ। ਇਹ ਸਾਰਾ ਕੁਝ ਇਸ ਤਰ੍ਹਾਂ ਤੁਹਾਡੀ ਜਿਹੜੀ ਚਾਲ ਹੈ, ਮਰਿਆਦਾ ਜੀਵਨ ਦੀ ਸਮਾਧੀ ਰੂਪ ਨਿਰਾਲੀ ਹੈ। ਮੋਹਨ ਤੂੰ ਮੰਨੈ ਏਕ ਜੀ ਅਵਰ ਸਭ ਰਾਲੀ। ਬਾਬਾ ਮੋਹਨ ਜੀ ਤੁਸੀਂ ਆਪਣੇ ਅੰਤਰੀਵ ਹਿਰਦੇ ਵਿੱਚ ਇੱਕ ਨੂੰ ਹੀ ਮੰਨਦੇ ਹੋ, ਗੁਰੂ ਅਮਰਦਾਸ ਪਾਤਸ਼ਾਹ ਨੇ ਨਿਰਾਕਾਰ ਰੂਪ, ਹੋਰ ਸਾਰਿਆਂ ਨੂੰ ਇੱਕ ਬ੍ਰਹਮ ਤੋਂ ਬਿਨਾਂ ਹੋਰ ਜਿੰਨੀਆਂ ਸ਼ਕਤੀਆਂ ਨੇ ਉਹ ਸਾਰੀਆਂ ਰਾਲੀ, ਉਹ ਧੂੜ ਦੀ ਨਿਆਈ, ਉਹਨਾਂ ਨੂੰ ਮਿੱਥਿਆ ਜਾਣਦੇ ਹੋ। ਮਨ ਹੈ ਤਾਂ ਏਕ ਅਲੇਖ ਠਾਕੁਰ ਜਿਨ੍ਹੈ ਸਭ ਕਲ ਧਾਰੀਆ। ਕਿਉਂ ਇੱਕ ਜੋ ਅਲੇਖ ਹੈ, ਜਿਹੜਾ ਪਰਮਾਤਮਾ ਲੇਖਾਂ ਤੋਂ ਵੀ ਰਹਿਤ ਹੈ, ਫਿਰ ਅਲਖ ਸਰੂਪ ਹੈ, ਠਾਕੁਰ ਕਹੀਏ ਸੁਆਮੀ ਹੈ, ਉਸ ਇੱਕ ਨੂੰ ਹੀ ਤੁਸੀਂ ਮੰਨਦੇ ਹੋ ਜਿਨ੍ਹੈ ਸਭ ਕਲ ਧਾਰੀਆ। ਜਿਸ ਪਰਮਾਤਮਾ ਨੇ ਇਹ ਸਾਰੀਆਂ ਕਲਾ ਸ਼ਕਤੀਆਂ ਧਾਰੀਆਂ ਹੋਈਆਂ ਹਨ, ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਆ ਜੋ ਆਦ ਪੁਰਖ ਸੰਸਾਰ ਦਾ ਆਦ ਰੂਪ, ਮੁੱਢ ਸਰੂਪ, ਪੂਰਨ ਪੁਰਖ, ਪੁਰਖ ਦਾ ਅਰਥ ਹੈ ਜੋ ਪਰਿਪੂਰਨ ਹੈ। ਬਨਵਾਰੀਆ ਸੰਸਾਰ ਰੂਪੀ ਬਣ ਦਾ ਮਾਲਕ ਹੈ, ਜੋ ਪਰਮੇਸ਼ਰ ਹੈ, ਉਸ ਦਾ ਜੋ ਨਾਮ ਰੂਪ ਇਹ ਗੁਰੂ ਦੀ ਬਾਣੀ ਹੈ। ਤੁਧ ਬਚਨ ਗੁਰ ਕੈ ਵਸ ਕੀਆ, ਇਹ ਗੁਰੂ ਕੇ ਬਚਨ ਉਪਦੇਸ਼ ਨਾਮ ਬਾਣੀ ਪੋਥੀਆਂ ਜੋ ਤੁਸੀਂ ਵਸ ਭਾਵ ਆਪਣੇ ਕੋਲ ਰੱਖੀਆਂ ਹਨ। ਤੂੰ ਆਪ ਚੱਲਿਆ ਆਪ ਰਹਿਆ, ਆਪ ਸਭ ਕਲ ਧਾਰੀਆ। ਐ ਬਾਬਾ ਮੋਹਨ ਜੀ ਤੁਸੀਂ ਆਪ ਹੀ ਚੱਲਿਆ, ਭਾਵ ਜਦੋਂ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਆ ਸੰਸਾਰ ਤੋਂ ਜੋਤੀ ਜੋ ਸਮਾਏ ਸੱਚਖੰਡ ਜਾਣਾ ਕੀਤਾ, ਆਪ ਰਹਿਆ। ਉਹ ਇਹ ਜਾਣੋ ਵੀ ਤੁਸੀਂ ਉਹ ਆਪ ਹੀ ਤੁਹਾਡਾ ਰੂਪ ਹੋ ਕੇ ਇੱਥੇ ਰਹਿ ਵੀ ਪਿਆ, ਚੁਬਾਰੇ ਵਿੱਚ ਸਥਿਤ ਹੋ ਗਏ ਬਾਣੀ ਰੂਪ ਦੇ ਵਿੱਚ। ਫਿਰ ਇਹ ਨਹੀਂ ਕਿ ਵੀ ਉਹ ਸਾਡੇ ਉਹ ਜੋਤ ਅਸੀਂ ਹਾਂ, ਇੱਥੇ ਨਿਰਮਾਣਤਾ ਭਾਵ ਵਿੱਚ ਆਪ ਸਭ ਕਲ ਧਾਰੀ ਹੈ ਵੀ ਪਿਤਾ ਪੁੱਤਰ ਇੱਕ ਰੂਪ ਹੋ, ਤੇ ਆਪ ਹੀ ਤੁਸੀਂ ਸਾਰੀਆਂ ਕਲਾ ਸ਼ਕਤੀਆਂ ਨੂੰ ਧਾਰਿਆ ਹੋਇਆ ਹੈ। ਬਿਨਵੰਤ ਨਾਨਕ ਪੈਜ ਰਾਖੋ, ਸਭ ਸੇਵਕ ਸਰਨ ਤੁਮਾਰੀਆ। ਗੁਰੂ ਪਾਤਸ਼ਾਹ ਬੇਨਤੀ ਰੂਪ ਕਹਿੰਦੇ ਅਸੀਂ ਆਏ ਹਾਂ ਬਾਣੀ ਦੀਆਂ ਪੋਥੀਆਂ ਲੈਣ, ਇਹ ਸੋਚ ਕੇ ਕਿ ਹੁਣ ਅਸੀਂ ਲੈ ਕੇ ਆਉਨੇ ਆ, ਪ੍ਰਤਿਗਿਆ ਕੀਤੀ ਹੈ ਨਾ। ਬਿਨਵੰਤ ਨਾਨਕ, ਮੈਂ ਗੁਰੂ ਨਾਨਕ ਦੀ ਪੰਜਵੀਂ ਜੋਤ, ਮਹਾਰਾਜ ਕਹਿੰਦੇ ਮੈਂ ਨਾਨਕ ਸੇਵਕ ਬੇਨਤੀ ਕਰਦਾ, ਪੈਜ ਰੱਖੋ, ਕਿਰਪਾ ਕਰੋ ਬਾਬਾ ਜੀ, ਪੈਜ ਰੱਖੋ। ਸਭ ਸੇਵਕ ਸਰਨ ਤੁਮਾਰੀਆ, ਜਿੰਨੇ ਸੇਵਕ ਗੁਰਸਿੱਖ ਆਏ ਹੈ ਇਹ ਸਾਰੇ ਤੁਹਾਡੀ ਸ਼ਰਨ ਵਿੱਚ ਹਨ। ਦੋਹਰਾ ਅੱਗੇ ਹੁਣ ਸੰਤ ਰੇਣ ਜੀ ਕਹਿ ਰਹੇ ਨੇ, ਸੁਨ ਕਰ ਦੂਜੇ ਪਾਦ ਕੋ ਮੋਹਨ ਖੋਲ ਕਿਵਾਰ। ਜਦੋਂ ਇਹ ਦੂਜਾ ਪਦਾ ਸੁਣਿਆ, ਫਿਰ ਬਾਬਾ ਮੋਹਨ ਜੀ ਨੇ ਕਵਾੜ ਦਰਵਾਜ਼ਾ ਖੋਲ ਦਿੱਤਾ। ਜੋ ਪੁਸਤਕ ਪਿਤ ਕਹੇ ਤੇ ਰਾਖੇ ਭਲੇ ਸੰਭਾਰ। ਜੋ ਪੋਥੀਆਂ ਪਿਤਾ ਸਤਿਗੁਰੂ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਦੇ ਕਹੇ ਤੋਂ ਬਾਬਾ ਜੀ ਨੇ ਸੰਭਾਲ ਕੇ ਰੱਖੀਆਂ ਨੇ। ਤਿੰਨ ਢਿਗ ਜਾ ਬੰਦਨ ਕਰੀ, ਗੁਰ ਕੀ ਬਾਣੀ ਜਾਨ। ਫਿਰ ਉਹਨਾਂ ਪੋਥੀਆਂ ਕੋਲ ਜਾ ਕੇ ਬਾਬਾ ਮੋਹਨ ਜੀ ਨੇ
वंदना कीती के गुरु की बाणी है। इतने मैं गुर शब्द की पुन पहुंची धुन कान। इन्हें नू तीजे पदे दी जो गुरबाणी दे शब्द दे तीसरे पदे दी जो भाई धुन है ਉਹ ਬਾਬਾ ਜੀ ਤੱਕ ਪਹੁੰਚੀ। ਭਾਵ ਬਾਬਾ ਜੀ ਨੇ ਕੰਨੀ ਸੁਣੀ ਨਿਮਰਤਾ ਪੂਰਵਕ, ਫਿਰ ਰਹਿ ਨਾ ਹੋਇਆ। ਇਉਂ ਜਦੋਂ ਇਹ ਦੂਸਰਾ ਪਦਾ ਸੁਣਿਆ ਤਾਂ ਫਿਰ ਪੋਥੀਆਂ ਕੋਲ ਜਾ ਵੜੇ। ਪੋਥੀਆਂ ਚੁੱਕੀਆਂ ਨੇ। ਉਸ ਸਮੇਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਤੀਜਾ ਪਦਾ ਉਚਾਰਿਆ ਹੈ। ਮੋਹਨ ਤੁਧ ਸਤ ਸੰਗਤ ਧਿਆਵੇ ਦਰਸ ਧਿਆਨਾ। हे ਬਾਬਾ ਮੋਹਨ, ਦੇਖੋ ਤੁਹਾਨੂੰ ਸਾਰੇ ਆ ਸਤਸੰਗ ਬੈਠੀ ਵੀ ਧਿਆ ਰਹੀ ਹੈ, ਯਾਦ ਕਰਦੀ ਹੈ। ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਇਹ ਦਰਸ਼ਨਾਂ ਦੇ ਧਿਆਨ ਵਿੱਚ ਜੁੜੇ ਹਨ। ਮੋਹਨ ਜਮ ਨੇੜ ਨ ਆਵੇ ਤੁਧ ਜਪਹਿ ਨਿਦਾਨਾ। हे ਬਾਬਾ ਮੋਹਨ ਜੀ, ਦੇਖੋ ਇਹ ਜਿਹੜਾ ਜਮ ਵੀ ਹੈ ਨਾ, ਉਹ ਵੀ ਨੇੜੇ ਨਹੀਂ ਆਉਂਦਾ। ਤੁਸੀਂ ਤਾਂ ਪ੍ਰਮਾਤਮਾ ਦਾ ਹੀ ਰੂਪ ਹੋ। ਇੰਨਾ ਉਪਮਾ ਕੀਤੀ, ਮੋਹਨ ਜਮ ਨੇੜ ਨਾ ਆਵੇ। ਜਿਹੜਾ ਜਮ ਵੀ ਹੈ ਤੁਧ ਜਪੈ ਨਿਦਾਨਾ। ਜੋ ਦ੍ਰਿੜਤਾ ਨਾਲ ਗੁਰੂ ਉਪਦੇਸ਼ ਪਰਮੇਸ਼ਰ ਦੇ ਨਾਮ ਨੂੰ ਜਪਣਗੇ ਅੰਤ ਸਮੇਂ, ਇਸ ਤਰ੍ਹਾਂ ਤੁਹਾਡੀ ਦ੍ਰਿੜਤਾ ਨੂੰ ਕਿ ਗੁਰੂ ਦੀ ਬਾਣੀ ਇਉਂ ਬਾਬਾ ਮੋਹਨ ਜੀ ਨੇ ਸੇਵਾ ਸੰਭਾਲ ਕੀਤੀ। ਇਹ ਬਾਣੀ ਨੂੰ ਜਿਹੜੇ ਜਪਣਗੇ ਉਹਨਾਂ ਨੂੰ ਦੇ ਨੇੜੇ ਜਮ ਨਹੀਂ ਆਵੇਗਾ। ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇੱਕ ਮਨ ਧਿਆਵਹਿ। ਉਹਨਾਂ ਦੇ ਨੇੜੇ ਜਮ ਕਾਲ ਨਹੀਂ ਲੱਗੇਗਾ ਬਾਬਾ ਜੀ। ਜੋ ਬਾਣੀ ਦੁਆਰਾ, ਇਸ ਬਾਣੀ ਦੁਆਰਾ ਕਿੰਨਿਆਂ ਦੀ ਕਲਿਆਣ ਹੋਣੀ ਹੈ। ਇੱਕ ਮਨ ਹੋ ਕੇ ਜੋ ਵਾਹਿਗੁਰੂ ਨੂੰ ਧਿਆਉਣਗੇ। ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਵਹਿ। ਇਸ ਤਰ੍ਹਾਂ ਦੇਖੋ, ਮਨ ਬਚਨ ਤੇ ਕਰਮ ਕਰਕੇ, ਮਨ ਕਰਕੇ ਵੀ, ਬਚਨਾ ਕਰਕੇ ਵੀ, ਕਰਮ ਰੂਪ ਦੇ ਵਿੱਚ ਵੀ ਜੋ ਅਰਾਧਣਗੇ ਉਹ ਸਾਰੇ ਹੀ ਜੇ ਤੁਧ ਅਰਾਧ ਹੈ। ਜੇ ਇਸ ਤਰ੍ਹਾਂ हे ਬਾਬਾ ਮੋਹਨ, ਦੇਖੋ ਉਸ ਪ੍ਰਮਾਤਮਾ ਦੀ ਤੁਹਾਡੇ ਦੁਆਰਾ ਹੀ ਇਹ ਬਾਣੀ ਪ੍ਰਾਪਤ ਹੋਵੇ ਤੇ ਸਾਰੇ ਅਰਾਧਣਗੇ ਸੇ ਸਭੇ ਫਲ ਪਾਵਹਿ। ਉਹ ਸਾਰੇ ਤਰ੍ਹਾਂ ਦੇ ਧਰਮ ਅਰਥ ਕਾਮ ਮੋਕਸ਼ ਰੂਪ ਸਾਰੇ ਹੀ ਫਲ ਪਾ ਲੈਣਗੇ। ਮਾਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੋ ਗਿਆਨਾ। ਤੇ ਜਿਹੜੇ ਮੂਰਖ ਨੇ, ਮੈਲ ਮੂਤਰ ਮਤ ਮਲੀਨ ਮਨ ਵਾਲੇ ਆ, ਮਲ ਮੂਤ ਮੂੜ, ਐਸੇ ਮੂਰਖ ਜੇ ਮੁਗਧ ਹੋਤੇ, ਮੂਰਖਾਂ ਤੋਂ ਵੀ ਮੂਰਖ ਨੇ ਜਿਹੜੇ, ਸੇ ਦੇਖ ਦਰਸ ਸੋ ਗਿਆਨਾ। ਉਹ ਵੀ ਇਸ ਤਰ੍ਹਾਂ ਦਰਸ਼ਨ ਕਰ ਲੈਣਗੇ ਨਾ। ਮੂਰਖ ਤੋਂ ਮੂਰਖ, ਮੈਲੀ ਮੱਤ ਵਾਲੇ, ਭੈੜੀ ਮੱਤ ਵਾਲੇ ਵੀ, ਉਹਨਾਂ ਨੂੰ ਵੀ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਇਹ ਬਾਣੀ ਇੰਨਾ ਭਲਾ ਕਰੇਗੀ। ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ। ਬਿਨਵੰਤ ਨਾਨਕ ਬੇਨਤੀ ਪੂਰਵਕ ਕਹਿ ਰਹੇ ਹਨ, ਰਾਜ ਨਿਹਚਲ, ਕਿ ਇਸ ਤਰ੍ਹਾਂ हे ਬਾਬਾ ਮੋਹਨ, ਗੁਰਬਾਣੀ ਜੋ ਜੋ ਪੜ੍ਹਨਗੇ, ਇਹ ਜੋ ਬ੍ਰਹਮ ਦਾ ਰਾਜ ਹੈ ਇਹ ਨਿਹਚਲ ਹੈ, ਨਾ ਚਲਾਏ ਮਾਨ। ਭਾਵ ਇਹ ਨਹੀਂ ਕਿ ਅੱਜ ਰਾਜ ਹੈ ਕੱਲ ਨੂੰ ਨਹੀਂ ਹੈ। ਪੂਰਨ ਪੁਰਖ ਭਗਵਾਨਾ, ਇਸ ਬਾਣੀ ਵਿੱਚ ਪੂਰਨ ਪੁਰਖ ਭਗਵਾਨ ਦਾ ਹੀ ਵਾਸਾ ਹੈ। ਉਸੇ ਦਾ ਹੀ ਨਾਮ ਜਪਣਾ। ਇਹ ਬਾਣੀ ਬਾਬਾ ਜੀ ਕਲਿਆਣਤਾ ਵਾਸਤੇ ਹੈ। ਅਸੀਂ ਤੇ ਇਸੇ ਕਰਕੇ ਹੀ ਆਏ ਹਾਂ। ਚੌਪਈ ਸ੍ਰੀ ਮੋਹਨ ਸੁਨ ਤੀਸਰ ਪਾਦ। ਬਾਬਾ ਮੋਹਨ ਜੀ ਨੇ ਤੀਸਰਾ ਪਦਾ ਸੁਣਿਆ। ਮਨ ਮਹਿ ਹੋਏ ਅਧਿਕ ਅਹਿਲਾਦ। ਤਾਂ ਮਨ ਵਿੱਚ ਬਹੁਤ ਹੀ ਪ੍ਰਸੰਨ ਹੋਏ। ਲੀਨ ਸੋ ਪੋਥੀ ਚਾਰ ਉਠਾਈ। ਚਾਰੇ ਪੋਥੀਆਂ ਜਿਹੜੀਆਂ ਨੇ ਉਠਾ ਲਈਆਂ। ਆਏ ਸਤਿਗੁਰੂ ਅਗਰ ਟਿਕਾਈ।
ਲਿਆ ਕੇ ਗੁਰੂ ਪਾਤਸ਼ਾਹ ਅੱਗੇ ਟਿਕਾ ਦਿੱਤੀਆਂ। ਪਦ ਅਰਬਿੰਦਨ ਪਰ ਸਿਰ ਧਰਿਓ। ਤੇ ਦੇਖੋ ਐਸਾ ਗੁਰੂ ਰੂਪ ਜਾਣ ਕੇ ਫਿਰ ਚਰਨਾਂ ਕਮਲਾਂ ਤੇ ਬਾਬਾ ਜੀ ਨੇ ਆਪਣਾ ਸਿਰ ਰੱਖ ਦਿੱਤਾ ਹੈ। ਨਹੀਂ ਉਠਾਵਨ ਕੋ ਪੁਨ ਕਰਿਓ। ਤੇ ਉਠਾਉਣਾ ਨਹੀਂ ਕੀਤਾ। ਕਿੰਨੀ ਨਿਮਰਤਾ ਆ ਗਈ ਧੰਨ ਗੁਰੂ ਅਰਜਨ ਦੇ ਪਾਸ਼ ਕਿ ਤੁਸੀਂ ਗੁਰੂ ਨਾਨਕ ਦੀ ਜੋਤ ਹੋ। ਆਪਣਾ ਸੀਸ ਰੱਖਤਾ, ਉਠਾਇਆ ਨਹੀਂ। ਸ੍ਰੀ ਅਰਜਨ ਅਵਲੋਕਨ ਕੀਨਾ। ਤਾਂ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਫਿਰ ਵੇਖਣਾ ਕੀਤਾ। ਨਿਰਹੰਕਾਰ ਸੋ ਨਮਰ ਅਧੀਨਾ। ਇਹ ਕਿ ਹੁਣ ਬਿਲਕੁਲ ਕੋਈ ਹਉਮੈ ਭਾਵ ਨਹੀਂ ਹੈ, ਨਮਰਤਾ ਅਧੀਨ ਹਨ। ਕਹਿਓ ਬਾਕ ਅਨਚੁਤ ਨਹਿ ਕਰੀਐ। ਤਾਂ ਬਚਨ ਕਹੇ ਕਿ ਹੇ ਬਾਬਾ ਮੋਹਣ, ਮੇਰੇ ਸਤਿਕਾਰਯੋਗ ਮਾਮਾ ਜੀ, ਇਹ ਅਨੁਚਿਤ ਗੱਲ ਨਾ ਕਰੋ। ਵੱਡ ਸਥਾਨ ਹੋ ਆਪ ਵਿਚਰੀਐ। ਤੁਸੀਂ ਇਹ ਵਿਚਾਰ ਲਓ ਵੀ ਮੇਰੇ ਵੱਡੇ ਸਥਾਨ ਤੇ ਹੋ। ਹਮਰੀ ਜਨਨੀ ਕੇ ਵੱਡ ਭਰਾਤਾ। ਤੁਸੀਂ ਮੇਰੀ ਜਨਨੀ, ਜਨਮ ਦੇਣ ਵਾਲੀ ਮੇਰੀ ਮਾਤਾ ਦੇ ਵੱਡੇ ਭਰਾ ਹੋ। ਲਾਗਤ ਮਾਤੁਲ ਹੋ ਸੁਖ ਦਾਤਾ। ਤੇ ਤੁਸੀਂ ਮੇਰੇ ਰਿਸ਼ਤੇ ਵਿੱਚੋਂ ਮਾਮੇ ਲੱਗਦੇ ਹੋ, ਇਸ ਲਈ ਮੇਰੇ ਲਈ ਸੁਖਦਾਇਕ ਹੋ। ਪੁਨ ਮਮ ਪਿਤ ਗੁਰ ਨੰਦਨ ਲਾਗੇ। ਫੇਰ ਦੇਖੋ ਤੁਸੀਂ ਪੁਨ ਮਮ ਪਿਤ, ਪਿਤ ਭਾਵ ਨਾਨਾ। ਫੇਰ ਤੁਸੀਂ ਦੇਖੋ ਮੇਰੇ ਜਿਹੜੇ ਨਾਨਾ ਜੀ ਉਹਨਾਂ ਦੇ ਪੁੱਤਰ ਲੱਗਦੇ ਹੋ ਗੁਰੂ ਅਮਰਦਾਸ ਪਾਤਸ਼ਾਹ ਦੇ। ਜੋਗ ਵਿਰਾਗ ਗਿਆਨ ਅਨੁਰਾਗੇ। ਫਿਰ ਤੁਸੀਂ ਜੋਗ ਵਿਰਾਗ ਗਿਆਨ ਔਰ ਪ੍ਰੇਮ ਦੇ ਵਿੱਚ ਰਤੇ ਹੋ। ਵਿਸ਼ੇ ਵਾਸ਼ਨਾ ਮਨ ਤੇ ਹਾਨੇ। ਔਰ ਵਿਸ਼ੇ ਵਾਸ਼ਨਾ ਜੋ ਹਨ ਉਹ ਤੁਸੀਂ ਮਨ ਤੋਂ ਨਾਸ਼ ਕੀਤੀਆਂ ਹਨ। ਨਮੋ ਉਚਿਤ ਜਾਂ ਤੇ ਹਮ ਜਾਣੇ। ਇਸ ਕਰਕੇ ਅਸੀਂ ਇਹ ਜਾਣਿਆ ਵੀ ਨਮਸਕਾਰ ਤਾਂ ਸਾਨੂੰ ਕਰਨੇ ਚਾਹੀਦੇ ਹੀ ਉਚਿਤ ਹੈ। ਸੁਨ ਗੁਰ ਨੰਦਨ ਮੋਹਨ ਕਾਨਾ। ਇਹ ਸੁਣ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਪੁੱਤਰ ਬਾਬਾ ਮੋਹਨ ਜੀ ਨੇ ਜਦੋਂ ਇਹ ਕੰਨੀ ਸੁਣਿਆ, ਧਰੇ ਨਮਰਤਾ ਬਾਕ ਬਖਾਨਾ। ਤਾਂ ਬਹੁਤ ਨਿਮਰਤਾ ਧਾਰ ਕੇ ਫਿਰ ਇਹ ਬਚਨ ਕਹੇ। ਸ੍ਰੀ ਅਰਜਨ ਭਗਨੀ ਸੁਤ ਮੇਰੇ। ਐ ਮੇਰੀ ਭੈਣ ਦੇ ਪੁੱਤਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀਓ। ਪਰਸੋਂ ਚਰਨ ਕਮਲ ਅਬ ਤੇਰੇ। ਹੁਣ ਤਾਂ ਅਸੀਂ ਤੁਹਾਡੇ ਚਰਨਾਂ ਕਮਲਾਂ ਨੂੰ ਪਰਸਾਂਗੇ। ਪੈਖ ਸ੍ਰੀ ਅਰਜਨ ਪ੍ਰੀਤ ਵਿਸਾਲਾ। ਤਾਂ ਬਹੁਤ ਜ਼ਿਆਦੇ ਪ੍ਰੇਮ ਵੇਖ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਨ ਦਰਵਿਓ ਤਿਸ ਛਿਨ ਤਤ ਕਾਲਾ। ਉਸ ਸਮੇਂ ਤੁਰੰਤ ਇੰਨਾ ਮਨ ਮਹਾਰਾਜ ਦਾ ਵਿਰਾਗ ਵਿੱਚ ਆ ਗਿਆ, ਦਰਵ ਗਿਆ। ਚਤਰਥ ਪਾਦ ਉਚਾਰਨ ਕਰਿਓ। ਚੌਥਾ ਪਦਾ ਸਤਿਗੁਰਾਂ ਨੇ ਫਿਰ ਸ਼ਬਦ ਦਾ ਉਚਾਰਨ ਕੀਤਾ। ਆਸਿਖ ਮੋਹਨ ਕੋ ਬਹੁ ਰਰਿਓ। ਤੇ ਬਹੁਤ ਹੀ ਆਸਿਕ ਕਹੀਏ ਅਸੀਸ ਰੂਪ ਦੇ ਵਚਨ ਮਹਾਰਾਜ ਨੇ ਬਾਬਾ ਮੋਹਨ ਜੀ ਦੀ ਬਾਬਤ ਕਹੇ ਹਨ। ਸ੍ਰੀ ਮੁਖ ਵਾਕ ਭਾਵ ਸ਼ਬਦ ਦਾ ਚੌਥਾ ਪਦਾ ਹੈ। ਬਾਬਾ ਮੋਹਨ ਜੀ ਉਸ ਸਮੇਂ ਜਦੋਂ ਚਰਨੀ ਪੈ ਗਏ, ਇਹ ਕਿਹਾ ਵੀ ਤੁਸੀਂ ਤਾਂ ਵੱਡੇ ਗੁਰੂ ਮਹਾਰਾਜ ਦੇ ਪੁੱਤਰ ਹੋ, ਅਸੀਂ ਤੁਹਾਡੇ ਬੱਚਿਆਂ ਵਰਗੇ ਆ, ਸਾਨੂੰ ਚਰਨੀ ਪੈਣਾ ਚਾਹੀਦਾ ਹੈ। ਬਾਬਾ ਮੋਹਨ ਜੀ ਕਹਿੰਦੇ ਦੇਖੋ ਸਾਨੂੰ ਵੱਡੇ ਸਤਿਗੁਰਾਂ ਦਾ ਵਚਨ ਹੋਇਆ। ਜਿਸ ਸਮੇਂ ਪਿਤਾ ਸਤਿਗੁਰੂ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਿਆਈ ਐ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਨੂੰ ਸੌਂਪੀ। ਉਹਨਾਂ ਨੇ ਕਿਹਾ ਸੀ ਚਰਨੀ ਪੈ ਜਾ। ਉਸ ਵੇਲੇ ਮੈਂ ਆਪਣਾ ਰਿਸ਼ਤੇਦਾਰ ਹੀ ਸਮਝਿਆ। ਗੁਰੂ ਰਾਮਦਾਸ ਜੀ ਦੇ ਚਰਨੀ ਨਾ ਪਿਆ, ਮੇਰਾ ਛੋਟਾ ਭਰਾ ਮੋਹਰੀ ਚਰਨਾਂ ਤੇ ਡਿੱਗ ਪਿਆ। ਜੋ ਬਚਨ ਆਉਂਦੇ ਨੇ ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾ ਮੰਨ ਲਈ ਰਜਾਏ ਜੀਉ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਉ।
ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ। ਗੁਰੂ ਅਮਰਦਾਸ ਮਹਾਰਾਜ ਨੇ ਕਿ ਪੁੱਤਰ ਤੂੰ ਰੱਖ ਵਿਖਾਈ ਬਚਨ ਕੀਤੇ ਕਿ ਇਹੋ ਜਿਹੇ ਵੀ ਆਉਂਦਾ ਵੀ ਤੇਰਾ ਹਿਰਦਾ ਤਾਪਦਾ ਰਹੂ। ਇਸ ਕਰਕੇ ਬਾਬਾ ਮੋਹਨ ਜੀ ਦਾ ਸੁਭਾਅ ਰਿੱਧੀਆਂ ਸਿੱਧੀਆਂ ਸਿੱਧ ਪੁਰਸ਼ ਪਰ ਤਮੋਗੁਣੀ ਸੁਭਾਅ ਰਿਹਾ। ਆਪਾਂ ਵੇਖਦੇ ਹਾਂ ਨਾਮ ਜਪਣ ਵਾਲੇ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਹੋ ਕੇ ਫਿਰ ਉਹ ਸੁਭਾਅ ਹੁੰਦੇ ਆ, ਕਈਆਂ ਦਾ ਤੱਤਾ ਸੁਭਾਅ ਹੁੰਦਾ। ਇਹੋ ਜਿਹੇ ਵੀ ਸਤਿਪੁਰਸ਼ ਹੋਏ ਤੇ ਉੱਚੀਆਂ ਅਵਸਥਾ ਵਿੱਚ ਵੀ ਜਾ ਕੇ ਫਿਰ ਉਹ ਸੰਗਤਾਂ ਨਾਲ ਉਸ ਤਰ੍ਹਾਂ ਤਪਸ਼ ਵਿੱਚ ਹੀ ਗੱਲ ਕਰਦੇ। ਇਹ ਅੱਡੋ ਅੱਡੀ ਹਿਰਦਾ ਹੈ। ਹੁਣ ਮੈਂ ਕਹਿੰਦੇ ਤੁਸੀਂ ਆਏ ਹੋ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ, ਅਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਤੁਹਾਡੇ ਚਰਨ ਫੜਨੇ ਆ। ਕਈ ਮਹੀਨੇ ਤਾਂ ਸਮਾਧੀ ਲੱਗੀ ਜਾਂਦੀ, ਮੇਰਾ ਮੁੜ ਕੇ ਮੇਲ ਨਹੀਂ ਹੋਇਆ। ਤੇ ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਫਿਰ ਬਾਬਾ ਮੋਹਨ ਜੀ ਦਾ ਵੀ ਸਤਿਕਾਰ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਰੂਪ ਤੇ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਫੜ ਲਏ। ਇਹ ਵੀ ਦੇਖੋ ਐਸੇ ਬਚਨ ਕਿ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਬਾਬਾ ਜੋ ਦਾਤੂ ਜੀ ਸਨ ਉਹ ਕਿਤੇ ਗੁੱਸੇ ਵਿੱਚ ਲੱਤ ਮਾਰ ਬੈਠੇ, ਦੁਖਣ ਲੱਗੀ ਲੱਤ। ਭਾਵੇਂ ਕਿ ਸੰਤ ਰੇਣ ਜੀ ਨੇ ਇਤਿਹਾਸ ਨਹੀਂ ਦਿੱਤਾ। ਤੇ ਫਿਰ ਉਹ ਦਿਨ ਆ ਗਿਆ ਜਦੋਂ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ਤੀ। ਪਤਾ ਲੱਗਿਆ ਕਿ ਗੁਰੂ ਸਾਹਿਬ ਜੋਤੀ ਜੋ ਸਮਾਉਣ ਲੱਗੇ। ਮਾਤਾ ਜੀ ਬਾਬਾ ਦਾਤੂ ਜੀ ਨੂੰ ਲੈ ਆਏ ਨਾਲ, ਪੁੱਤਰ ਗੁਰੂ ਸਾਹਿਬ ਤੋਂ ਮਾਫੀ ਮੰਗ ਲਓ, ਇਹ ਠੀਕ ਨਹੀਂ ਹੈ। ਤੇ ਜਦੋਂ ਆ ਗਏ ਬੇਨਤੀ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਨੂੰ, ਮਹਾਰਾਜ ਨੇ ਸਤਿਕਾਰ ਕੀਤਾ ਕਿ ਗੁਰੂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਡੇ ਸਤਿਗੁਰੂ ਦੇ ਧਰਮ ਮਹਿਲ ਆਏ ਨੇ। ਤੇ ਮਹਾਰਾਜ ਨੇ ਖੜੇ ਹੋ ਕੇ ਮਾਤਾ ਰੂਪ ਕਿਹਾ ਵੀ ਹੇ ਮਾਤਾ ਜੀ ਧੰਨ ਹੋ ਤੁਸੀਂ ਆਏ ਮਾਤਾ ਖੀਵੀ ਜੀ, ਦੱਸੋ ਕੀ ਹੁਕਮ ਹੈ। ਮਾਤਾ ਜੀ ਕਹਿੰਦੇ ਵੀ ਬਖਸ਼ ਦਿਓ, ਤੁਸੀਂ ਇਹਨਾਂ ਦੀ ਲੱਤ ਵਿੱਚ ਦਰਦ ਕਰਦਾ, ਇਹਨਾਂ ਠੀਕ ਨਹੀਂ ਕੀਤਾ। ਕਹਿਣ ਲੱਗੇ ਉਸ ਸਮੇਂ ਬਚਨ ਵੀ ਹੁਣ ਤਾਂ ਅਸੀਂ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬਖਸ਼ਤੀ, ਹੁਣ ਤਾਂ ਅਸੀਂ ਜੋਤੀ ਜੋ ਸਮਾਉਣਾ। ਹੁਣ ਉਹ ਗੁਰਤਾ ਗੱਦੀ ਗੁਰੂ ਰਾਮਦਾਸ ਪਾਤਸ਼ਾਹ ਕੋਲੇ ਆ। ਹਾਂ ਸਮਾਂ ਆਊਗਾ, ਹੁਣ ਰੁਕਣਾ ਪਊ। ਜਦੋਂ ਇਹਨਾਂ ਦਾ ਪੁੱਤਰ ਪੰਜਵੀਂ ਜੋਤ ਗੁਰਤਾ ਗੱਦੀ ਦਾ ਮਾਲਕ ਹੋਊਗਾ, ਉਹ ਆਉਣਗੇ ਮਿਲਣ ਵਾਸਤੇ ਤੁਹਾਨੂੰ, ਤੇ ਤੁਸੀਂ ਨਮਸਕਾਰ ਕਰੋਗੇ ਗੁਰੂ ਜਾਣ ਕੇ। ਉਹ ਤੁਹਾਡੇ ਚਰਨ ਫੜਨਗੇ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਪੁੱਤਰ ਨੇ ਇਹ। ਤੇ ਜਦੋਂ ਤੁਹਾਡੇ ਚਰਨ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਫੜਨਗੇ ਨਾ, ਤੁਹਾਡੀ ਲੱਤ ਦਾ ਦਰਦ ਉਦੋਂ ਠੀਕ ਹੋਊਗਾ। ਇਸ ਤਰ੍ਹਾਂ ਦੀਆਂ ਖੇਡਾਂ ਗੁਰੂ ਘਰ ਦੇ ਵਿੱਚ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬਾਬਾ ਮੋਹਨ ਜੀ ਨੇ ਪੋਥੀਆਂ ਸੌਂਪ ਦਿੱਤੀਆਂ ਤਾਂ ਇਹ ਭਾਈ ਬਚਨ ਚੌਥਾ ਪਦਾ ਸ਼ਬਦ ਦਾ ਆਖਰੀ ਪਦਾ ਉਚਾਰਨ ਕੀਤਾ, ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਐ ਬਾਬਾ ਮੋਹਨ ਤੂੰ ਸਾਰੇ ਪਰਿਵਾਰ ਸਮੇਤ, ਬਾਬਾ ਮੋਹਨ ਜੀ ਦਾ ਪੁੱਤਰ ਸੰਸਰਾਮ ਇਤਿਆਦਿਕ ਸਾਰੇ ਪਰਿਵਾਰ ਸਮੇਤ ਤੁਸੀਂ ਬਹੁਤ ਸੁਫਲ ਸ੍ਰੇਸ਼ਟ ਫਲਾਂ ਕਰਕੇ ਅੱਗੇ ਬਹੁਤ ਫਲਿਆ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਹੇ ਬਾਬਾ ਮੋਹਨ ਜੀ ਦੇਖੋ ਤੁਹਾਡਾ ਪੁੱਤਰ ਬਾਬਾ ਸੰਸਰਾਮ ਤੇ ਹੋਰ ਜਿੰਨੇ ਮਿੱਤਰ ਉਹਨਾਂ ਦੇ, ਕਿਉਂਕਿ ਜੋਗੀ ਪੁਰਖ ਸਿੱਧ ਪੁਰਖ ਸੀ, ਫਿਰ ਭਰਾ ਬਾਬਾ ਮੋਹਰੀ ਜੀ ਤੇ ਕੁਟੰਬ ਹੋਰ ਬੀਬੀਆਂ ਮਤਾਵਾਂ ਸਾਰੇ ਹੀ ਤਾਰ ਦਿੱਤੇ। ਤਾਰਿਆ ਜਹਾਨ ਲਹਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਤੁਸੀਂ ਤਾਂ ਇਹ ਕਿਰਪਾ ਕੀਤੀ ਹੈ, ਆ ਜੋ ਬਾਣੀ ਦੀਆਂ ਪੋਥੀਆਂ ਸੌਂਪੀਆਂ, ਇਹ ਜਾਣੋ ਕਿ ਸੰਸਾਰ ਨੂੰ ਹੀ ਤਾਰ ਦਿੱਤਾ, ਜਹਾਨ ਹੀ ਤਾਰਤਾ। ਕਿਉਂਕਿ ਇਹਨੇ ਬਾਣੀ ਨੇ ਅਨੇਕਾਂ ਜੀਵਾਂ ਦੀ ਕਲਿਆਣ ਕਰਨੀ ਹਾਂ। ਇਸ ਕਰਕੇ ਲਹਿਆ ਅਭਿਮਾਨ
ਜਿਹੜਿਆਂ ਨੇ ਵੀ ਇਹ ਬਾਣੀ ਦੇ ਦਰਸ਼ਨ ਕੀਤੇ, ਬਾਣੀ ਪੜ੍ਹੀ, ਪਹਿਲਾਂ ਵੀ ਅੱਗੇ ਪੜ੍ਹਨਗੇ, ਉਹਨਾਂ ਦੇ ਅੰਦਰ ਦਾ ਅਭਿਮਾਨ ਲੈ ਗਿਆ। ਜਿਨੀ ਦਰਸ਼ਨ ਪਾਇਆ, ਜਿਨ੍ਹਾਂ ਨੇ ਵੀ ਇਸ ਪਾਵਨ ਬਾਣੀ ਦੇ ਦਰਸ਼ਨ ਕੀਤੇ, ਜਿਨੀ ਤੁਧਨੋ ਧਨ ਕਹਿਆ, ਤਿਨ ਜਮ ਨੇੜ ਨ ਆਇਆ। ਫਿਰ ਇਹ ਵੀ ਕਿਹਾ, ਬਾਬਾ ਜੀ ਤੁਸੀਂ ਤਾਂ ਇਤਨੇ ਮਹਾਨ ਹੋ, ਜਿਨ੍ਹਾਂ ਨੇ ਤੁਹਾਨੂੰ ਧੰਨ ਵੀ ਕਹਿਤਾ, ਵੀ ਧੰਨ ਬਾਬਾ ਮੋਹਨ ਜੀ, ਉਹਨਾਂ ਦੇ ਵੀ ਜਮ ਨੇੜੇ ਨਹੀਂ ਆਉਂਦਾ। ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ। ਐ ਮੇਰੇ ਸਤਿਗੁਰੂ ਪੁਰਖ ਗੁਰੂ ਅਮਰਦਾਸ ਪਾਤਸ਼ਾਹ ਮੁਰਾਰੀ ਪੁਰਖ ਦੇ ਪੁੱਤਰ ਬਾਬਾ ਮੋਹਨ ਜੀ, ਤੁਹਾਡੇ ਵਿੱਚ ਇਤਨੇ ਗੁਣ ਹਨ ਜੋ ਬੇਅੰਤ ਨੇ, ਜਿਨ੍ਹਾਂ ਨੂੰ ਕਥਿਆ ਨਹੀਂ ਜਾ ਸਕਦਾ। ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ, ਆਹ ਪੋਥੀਆਂ ਤੁਸੀਂ ਸਾਨੂੰ ਸੌਂਪੀਆਂ, ਪਰਉਪਕਾਰ ਕੀਤਾ, ਤੇ ਇਉਂ ਟੇਕ ਰਾਖੀ, ਸਾਡੀ ਤੁਸੀਂ ਟੇਕ ਓਟ ਰੱਖ ਲਈ। ਭਾਵ ਇਹ ਤੁਸੀਂ ਪੱਤ ਰੱਖੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹ ਸਾਰੀ ਬਾਣੀ ਇਕੱਤਰ ਹੋਣੀ ਹੈ। ਇਸ ਬਾਣੀ ਦੁਆਰਾ ਹੀ ਜਿਨ੍ਹਾਂ ਨੇ ਇਸ ਬਾਣੀ ਤੇ ਟੇਕ ਰੱਖ ਲਈ, ਜਿਤ ਲਗ ਤਰਿਆ ਸੰਸਾਰੇ, ਜਿਸ ਬਾਣੀ ਨਾਲ ਲੱਗ ਕਰਕੇ ਸਾਰਾ ਸੰਸਾਰ ਤਰੂਗਾ। ਅੱਗੇ ਵੀ ਤਰੇ ਬਾਣੀ ਨਾਲ, ਪਹਿਲਾਂ ਤਰੇ, ਹੁਣ ਵੀ ਤਰੇ, ਅੱਗੇ ਵੀ ਤਰਨਗੇ। ਇਹ ਤੁਸੀਂ ਪਰ ਉਪਕਾਰ ਕੀਤਾ ਹੈ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸ਼ਬਦ ਉਚਾਰਿਆ, ਦੋਹਰਾ ਆਸ ਬਿਦ ਸ਼ਬਦ ਉਚਾਰ ਕੈ, ਪੁਨ ਗੁਰ ਬੰਧਨ ਕੀਨ। ਇਸ ਤਰ੍ਹਾਂ ਸ਼ਬਦ ਉਚਾਰਨ ਕਰਕੇ ਫਿਰ ਮਹਾਰਾਜ ਨੇ ਬੰਦਨਾ ਕੀਤੀ। ਪੇਖ ਸੰਗਤ ਅਸ ਖੇਲ ਕੋ, ਬੰਦੈ ਅਚਰਜ ਲੀਨ। ਤੇ ਇਹ ਜਿਹੜੀ ਅਚਰਜ ਖੇਡ ਸੀ ਨਾ, ਇਸ ਖੇਡ ਨੂੰ ਵੇਖ ਕੇ ਸੰਗਤਾਂ ਨੇ ਬੰਦਨਾ ਕੀਤੀ। ਇਸ ਚਰਜਤਾ ਜਾਣੀ ਹੈ ਚੌਪਈ, ਕਹਿ ਗੁਰ ਆਏ ਪ੍ਰਥਮ ਗੁਰਦਾਸੂ। ਕਹਿ ਗੁਰ, ਗੁਰੂ ਸਾਹਿਬ ਕਹਿਣ ਲੱਗੇ ਵੀ ਦੇਖੋ ਪਹਿਲਾਂ ਭਾਈ ਗੁਰਦਾਸ ਜੀ ਆਏ, ਸਾਹਿਬ ਬੁੱਢਾ ਤੁਮਰੇ ਪਾਸੂ। ਫਿਰ ਬਾਬਾ ਜੀ ਬਾਬਾ ਬੁੱਢਾ ਸਾਹਿਬ ਵੀ ਤੁਹਾਡੇ ਕੋਲ ਆਏ। ਤਿਨ ਕੋ ਮਾਨ ਹਰਨ ਸਭ ਕੀਨ। ਉਹਨਾਂ ਨੇ ਸੂਖਮ ਮਾਣ ਕੀਤਾ ਸੀ, ਅਸੀਂ ਪੋਥੀਆਂ ਲੈ ਆਉਨੇ, ਉਹ ਮਾਣ ਤੁਸੀਂ ਹਰਨ ਨਾਸ਼ ਕਰ ਦਿੱਤਾ। ਸੋ ਪੋਥੀ ਹਮ ਕੋ ਅਬ ਦੀਨ। ਉਹ ਪੋਥੀ ਬਾਣੀ ਦੀ ਹੁਣ ਤੁਸੀਂ ਸਾਨੂੰ ਇਹ ਸੌਂਪ ਦਿੱਤੀ ਆ। ਜਿਸ ਲਗ ਜਗਤ ਸਿਮਰ ਸਤਨਾਮੂ, ਜਿਹਦੇ ਨਾਲ ਲੱਗ ਕਰਕੇ ਜੁੜ ਕੇ ਬਾਣੀ ਨਾਲੇ ਜਗਤ ਸੱਚੇ ਨਾਮ ਨੂੰ ਸਿਮਰ ਕੇ ਹੋਏ ਉਧਾਰ ਪਾਏ ਸੁਖ ਧਾਮੂ। ਸੰਗਤਾਂ ਦਾ ਬਾਬਾ ਜੀ ਉਧਾਰ ਹੋਵੇਗਾ ਤੇ ਉਹ ਸੁਖ ਧਾਮ, ਸੁੱਖਾਂ ਦਾ ਘਰ ਪ੍ਰਾਪਤ ਕਰਨਗੇ। ਸ੍ਰੀ ਮੋਹਨ ਤੁਮ ਧੰਨ ਮਹਾਨਾ। ਹੇ ਬਾਬਾ ਮੋਹਨ ਜੀ, ਤੁਸੀਂ ਧੰਨ ਮਹਾਨ ਹੋ। ਗੁਰਬਾਣੀ ਕੀਨ ਸੇਕ ਥਾਨਾ। ਤੇ ਇਹ ਗੁਰਬਾਣੀ ਹੁਣ ਸਾਰੀ ਇੱਕ ਜਗ੍ਹਾ ਜੋ ਇਕੱਤਰ ਹੋਵੇਗੀ। ਸੁਨ ਮੋਹਨ ਅਸ ਬਚਨ ਉਚਾਰੀ। ਇਹ ਸੁਣ ਕੇ ਬਾਬਾ ਮੋਹਨ ਜੀ ਨੇ ਐਸੇ ਬਚਨ ਕਹੇ, ਰਾਵਰ ਸੰਗ ਚਲੋ ਸੁਖਕਾਰੀ। ਹੁਣ ਅਸੀਂ ਵੀ ਤੁਹਾਡੇ ਨਾਲ ਹੀ ਜੋ ਚੱਲਾਂਗੇ। ਜਸ ਵਿਦ ਸੇਵਾ ਅਪਰ ਕਮਾਵੇ। ਜਿਵੇਂ ਜਿਸ ਤਰ੍ਹਾਂ ਹੋਰ ਸੰਗਤਾਂ ਸੇਵਾ ਕਰਦੀਆਂ, ਘਰੋਂ ਤੈਸ ਭਲ ਸਮਾਂ ਬਿਤਾਵੇ। ਅਸੀਂ ਵੀ ਉਸੇ ਤਰ੍ਹਾਂ ਸੇਵਾ ਕਰਕੇ ਸਮਾਂ ਬਤੀਤ ਕਰਾਂਗੇ। ਲਖਿਓ ਪ੍ਰੇਮ ਮਾਤੁਲ ਜੀ ਭਾਰੀ। ਤਾਂ ਮਾਮਾ ਮੋਹਨ ਜੀ ਦਾ ਬਹੁਤ ਵੱਡਾ ਪ੍ਰੇਮ ਜਾਣਿਆ। ਸ੍ਰੀ ਗੋਰੇ ਅਰਜਨ ਗਿਰਾ ਉਚਾਰੀ। ਫਿਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਚਨ ਕਹੇ, ਮਾਮਾ, ਹੇ ਮਾਮਾ ਮੋਹਨ ਜੀ,
हे ਮਾਤੁਲ ਜੀ ਸਤਿਗੁਣ ਪੂਰੇ। हे ਮਾਮਾ ਮੋਹਨ ਤੁਸੀਂ ਤਾਂ ਹਮੇਸ਼ਾ ਹੀ ਗੁਣਾਂ ਵਿੱਚ ਪੂਰਨ ਹੋ। ਰਹੋ ਚੁਬਾਰੇ ਜਪ ਗੁਰ ਪੂਰੇ। ਤੁਸੀਂ ਪੂਰੇ ਗੁਰੂ ਨੂੰ ਜਪਦੇ ਚੁਬਾਰਾ ਸਾਹਿਬ ਵਿੱਚ ਹੀ ਰਹੋ। ਹਮ ਦਿਸ ਦਇਆ ਕਰਤ ਹੀ ਰਹੀਏ। ਸਾਡੇ ਵੱਲ ਤੁਸੀਂ ਦਇਆ ਮਿਹਰ ਕਰਦੇ ਰਹੋ। ਇਸ ਥਲ ਹੀ ਹਮਰੀ ਸੁਧ ਲਹੀਏ। ਇਸ ਜਗ੍ਹਾ ਤੇ ਤੁਸੀਂ ਬਰਾਜ ਕੇ ਸਾਡੀ ਖਬਰ ਲੈਂਦੇ ਰਹੋ। ਆਗਿਆ ਮਾਨੀ ਮੋਹਨ ਸੋ। ਫਿਰ ਇਹ ਆਗਿਆ ਬਾਬਾ ਮੋਹਨ ਜੀ ਨੇ ਮੰਨ ਲਈ। ਆ ਸ੍ਰੀ ਅਰਜਨ ਗੁਰ ਉਚਰੀ ਜੋ ਗੁਰੂ ਅਰਜਨ ਦੇ ਪਾਤਸ਼ਾਹ ਨੇ ਬਚਨ ਕਹੇ। ਕਰ ਬੰਧਨ ਚੌਬਾਰੇ ਜਾਏ। ਤੇ ਨਮਸਕਾਰ ਕੀਤੀ ਤੇ ਚੁਬਾਰਾ ਸਾਹਿਬ ਚਲੇ ਗਏ। ਲੱਗੀ ਸਮਾਧ ਪ੍ਰਥਮ ਕੇ ਭਾਏ। ਪਹਿਲੀ ਤਰ੍ਹਾਂ ਹੀ ਫਿਰ ਬਾਬਾ ਜੀ ਦੀ ਸਮਾਧੀ ਲੱਗ ਗਈ। ਇਤਨੇ ਮਹਿ ਮੋਹਰੀ ਚੱਲ ਆਇਓ। ਇਹਨੇ ਨੂੰ ਬਾਬਾ ਮੋਹਰੀ ਜੀ ਵੀ ਚੱਲ ਕੇ ਆ ਗਏ। ਮਿਲੇ ਗੁਰਨ ਸੰਗ ਹੇਤ ਬਢਾਇਓ। ਉਹ ਵੀ ਗੁਰੂ ਪਾਤਸ਼ਾਹ ਮਹਾਰਾਜ ਨੂੰ ਮਿਲੇ ਤੇ ਬਹੁਤ ਪ੍ਰੇਮ ਵਧਾਇਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ। ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਪੰਜਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਜੀ ਗੋਇੰਦਵਾਲ ਮੋਹਨ ਜੀ ਸੇ ਪੁਸਤਕ ਲੈਨ ਪ੍ਰਸੰਗ ਵਰਣਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਵੇਂ ਬਾਬਾ ਮੋਹਨ ਜੀ ਤੋਂ ਬਾਣੀ ਦੀਆਂ ਪੋਥੀਆਂ ਪ੍ਰਾਪਤ ਕੀਤੀਆਂ, ਉਹ ਵਰਣਨ ਕੀਤਾ। ਨਾਮ ਅਸ਼ਟਦਸਵਾਂ ਮੰਦਰ ਹੈ। 18ਵੇਂ ਘਰ ਦਾ ਇਹ ਭਾਈ ਪ੍ਰਸੰਗ ਹੈ। ਦੋਹਰਾ ਅੱਗੇ ਬਚਨ ਕਰਦੇ ਹਨ। ਕਰ ਕਾਰਜ ਅਰਜਨ ਗੁਰੂ ਪਰਮ ਪ੍ਰਸੰਨਤਾ ਪਾਏ। ਇਹ ਕਾਰਜ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਵੱਡੀ ਪ੍ਰਸੰਨਤਾ ਪਾ ਕਰਕੇ ਕਰਿਓ ਚਹਿਤ ਵੱਡ ਬੀੜ ਕੋ ਸਭ ਬਾਣੀ ਇੱਕ ਥਾਏ। ਹੁਣ ਇਹ ਭਾਈ ਸਾਰੀ ਬਾਣੀ ਇੱਕ ਜਗ੍ਹਾ ਇਕੱਤਰ ਕਰਕੇ ਵੱਡੀ ਬੀੜ ਦੀ ਰਚਨਾ ਕਰਨੀ ਚਾਹੁੰਦੇ ਹਨ। ਚੌਪਈ ਲੀਨ ਮੋਹਰੀ ਆਪਣੇ ਸਾਥਾ। ਤਾਂ ਬਾਬਾ ਮੋਹਰੀ ਜੀ ਨੂੰ ਮਹਾਰਾਜ ਨੇ ਆਪਣੇ ਨਾਲ ਲਿਆ ਹੈ। ਗਮਨੇ ਸ੍ਰੀ ਗੋਰੇ ਅਰਜਨ ਨਾਥਾ। ਸ੍ਰੀ ਗੁਰੂ ਅਰਜਨ ਦੇ ਮਾਲਕ ਸਤਿਗੁਰੂ ਜੀ ਇੱਥੋਂ ਚੱਲ ਪਏ। ਅਪਰ ਲੋਕ ਗਨ ਸੰਗ ਸਿਧਾਏ। ਹੋਰ ਵੀ ਲੋਕ ਜਿਹੜੇ ਆ ਬਹੁਤ ਨਾਲ ਚੱਲੇ। ਆਏ ਚੁਬਾਰੇ ਦਰਸ਼ਨ ਪਾਏ। ਚੁਬਾਰਾ ਸਾਹਿਬ ਦੇ ਵੀ ਆ ਕੇ ਸਭ ਨੇ ਦਰਸ਼ਨ ਕੀਤੇ। ਬੰਦਨ ਕੀਨ ਜੋਰ ਜੁਗ ਪਾਨ। ਦੋਵੇਂ ਹੱਥ ਜੋੜ ਬੰਦਨਾ ਕੀਤੀ। ਬੈਠੇ ਚਾਰ ਪ੍ਰਦਛਨਾ ਠਾਨ। ਚਾਰ ਪ੍ਰਕਰਮਿਆਂ ਕਰਕੇ ਬੈਠ ਗਏ। ਪਠ ਆਨੰਦ ਪ੍ਰਸਾਦ ਵਰਤਾਇਓ। ਆਨੰਦ ਸਾਹਿਬ ਦਾ ਪਾਠ ਹੋਇਆ। ਕੜਾ ਪ੍ਰਸਾਦ ਵਰਤਾਇਆ। ਬਹੁ ਬਿਦ ਗੁਣ ਪਿਤ ਗੁਰ ਗੁਰ ਗਾਇਓ। ਬਹੁਤ ਤਰ੍ਹਾਂ ਕਰਕੇ ਪਿਤ ਗੁਰ ਭਾਵ ਨਾਨਾ ਸਤਿਗੁਰੂ ਜੀ ਦੇ ਗੁਰੂ ਨੇ ਗੁਣ ਗਾਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ੍ਰੀ ਮੋਹਰੀ ਕੋ ਸੋਤਿਆ ਰਣਾਣੀ। ਫਿਰ ਬਾਬਾ ਮੋਹਰੀ ਜੀ ਦੇ ਪੁੱਤਰ ਹੋਰ ਸਾਰੇ ਤਾਤ ਤਾਹੇ ਸੁੰਦਰ ਸੁਭ ਜਾਣੀ। ਜੋ ਪੋਤੇ ਪੜੋਤੇ ਹੋਰ ਬਾਬਾ ਸੁੰਦਰ ਜੀ ਸਾਰੇ ਹੀ। ਵਿਦਿਆ ਮਹਿ ਜੋ ਅਤ ਪ੍ਰਬੀਨ। ਜੋ ਭਾਈ ਵਿਦਿਆ ਦੇ ਵਿੱਚ ਬਹੁਤ ਚਤਰ ਪ੍ਰਵੀਨ ਸਨ। ਰਚਹਿ ਕਾਵਤਾ ਬੈਸ ਨਵੀਨ। ਉਹਨਾਂ ਨੇ ਬੈਠ ਕਰਕੇ ਨਵੀਂ ਕਵਿਤਾ ਰੂਪ ਬਚਨ ਰਚੇ। ਤਿਸ ਦਿਸ ਦੇਖ ਗੁਰੂ ਸੁਖਦਾਈ। ਉਹਨਾਂ ਵੱਲ ਵੇਖ ਕਰਕੇ ਭਾਈ ਸੁਖਦਾਇਕ ਸਤਿਗੁਰੂ ਜੀ ਸੁੱਖਾਂ ਦੇ ਦਾਤੇ ਨੇ। ਸ੍ਰੀ ਮੁਖ ਤੇ ਅਸਬਾਕ ਲਾਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਸੁਭਾਏਮਾਨ ਮੁਖ ਤੋਂ ਇਹ ਬਚਨ ਕਹੇ। ਗੁਰੂ ਅਮਰ ਜਾਵੇ ਅੰਤ ਸੁਥਾਏ। ਕਿ ਹੇ ਬਾਬਾ ਸੁੰਦਰ ਜੀ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਗੁਰੂ ਅਮਰਦਾਸ ਜੀ, ਗੁਰੂ ਅਮਰ ਜਬ ਅੰਤ ਸੁਥਾਏ,
ਭਾਵ ਸੱਚਖੰਡ ਗਏ ਜੋਤੀ ਜੋ ਸਮਾਏ, ਨਿਜ ਕਵਿਤਾ ਮੋਹ ਦੇਹੁ ਸੁਨਾਈ। ਜੋ ਜੋ ਗੱਲਾਂ ਉਸ ਸਮੇਂ ਹੋਈਆਂ ਉਹ ਕਿਰਪਾ ਕਰੋ ਵੀ ਬਾਣੀ ਰੂਪ ਵਿੱਚ ਤੁਸੀਂ ਆਪ ਉਚਾਰ ਕੇ ਸਾਨੂੰ ਸੁਣਾਓ। ਸੁਨ ਸ੍ਰੀ ਸੁੰਦਰ ਗੁਰ ਕੀ ਬਾਣੀ। ਤਾਂ ਬਾਬਾ ਸੁੰਦਰ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਚਨ ਸੁਣੇ। ਛੰਦ ਸੱਦ ਸ਼ੁਭਕੀਨ ਬਖਾਨੀ। ਤੇ ਫਿਰ ਇਹ ਸੱਦਨਾਮੇ ਛੰਦ ਜਿਹੜਾ ਸ਼ੁਭ ਬਖਿਆਨ ਕੀਤਾ। ਖਟ ਪੌੜੀ ਸ਼ੁਭ ਰੀਤ ਬਨਾਈ। ਇਸ ਸੱਦਨਾਮੇ ਬਾਣੀ ਦੀਆਂ 6 ਪੌੜੀਆਂ ਸ਼ੁਭ ਰੀਤੀ ਸਹਿਤ ਬਣਾਈਆਂ। ਅੰਤ ਅਮਰ ਜਸ ਆਇਸ ਪ੍ਰਾਈ। ਤੇ ਇਉਂ ਭਾਈ ਜੋ ਅੰਤਮ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਜਿਸ ਤਰ੍ਹਾਂ ਵੀ ਸਭ ਨੂੰ ਆਗਿਆ ਕੀਤੀ ਸੀ, ਰਾਮਦਾਸ ਜਸ ਗੁਰੂ ਬਨਾਇਓ। ਤੇ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ, ਸੋ ਪ੍ਰਸੰਗ ਸ਼ੁਭ ਦਇਓ ਸੁਨਾਇਓ। ਉਹ ਸਾਰਾ ਪ੍ਰਸੰਗ ਜਿਹੜਾ ਹੈ ਸ਼ੁਭ ਤਰੀਕੇ ਨਾਲ ਬਾਬਾ ਸੁੰਦਰ ਜੀ ਨੇ ਸੁਣਾ ਦਿੱਤਾ। ਸੁਨ ਸ੍ਰੀ ਅਰਜਨ ਆਤਮੁਦ ਥਾਏ। ਇਹ ਸੁਣ ਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਲਿਖ ਲੀਨੋ ਸੋ ਸੱਦ ਸੁਹਾਈ। ਫਿਰ ਉਹ ਸੱਦਨਾਮੇ ਬਾਣੀ ਜੋ ਹੈ ਸੋਭਨੀਕ ਬਾਣੀ, ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨੂੰ ਲਿਖ ਲਿਆ ਬਾਣੀ ਨੂੰ। ਬਾਚ ਭਾਖਿਓ ਬੜ ਗ੍ਰੰਥ ਬਣਾਵੇ। ਤੇ ਬਚਨ ਕਹੇ ਵੀ ਹੁਣ ਵੱਡਾ ਗ੍ਰੰਥ ਸਾਰੀ ਬਾਣੀ ਇਕੱਤਰ ਕਰਕੇ ਬਣਾਉਣਾ ਹੈ। ਸੋ ਪ੍ਰਸੰਗ ਸ਼ੁਭ ਤਿਸ ਮੈਂ ਇਹੋ ਬਾਣੀ ਲਿਖ ਪਾਵੇ। ਇਹ ਵੀ ਬਾਣੀ ਮਹਾਰਾਜ ਕਹਿੰਦੇ ਉਸ ਪਾਵਨ ਗ੍ਰੰਥ ਦੇ ਵਿੱਚ ਲਿਖਾਂਗੇ। ਪਾਠ ਮਰਜ਼ਾਦਾ ਜਗਤ ਚੱਲੈ ਹੈ। ਫਿਰ ਇਸ ਬਾਣੀ ਦੇ ਪਾਠ ਦੀ ਮਰਜ਼ਾਦਾ ਜਗਤ ਵਿੱਚ ਚੱਲੂਗੀ। ਮ੍ਰਿਤਕ ਪਾਛੇ ਜੋ ਪਾਠ ਹੋਵੇ ਹੈ। ਵੀ ਜਦੋਂ ਕਿਸੇ ਮ੍ਰਿਤਕ ਪ੍ਰਾਣੀ ਤੋਂ ਬਾਅਦ ਇਹ ਜਦੋਂ ਪਾਠ ਕਰਵਾਇਆ ਜਾਊ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਭੋਗ ਅੰਤ ਇਸ ਪਾਠ ਹੋਵੇ ਹੈ। ਜਿੱਦਾਂ ਸਾਰੀ ਬਾਣੀ ਦਾ ਭੋਗ ਭਾਵ ਗੁਰਬਾਣੀ ਪੜ੍ਹ ਕੇ ਸੰਪੂਰਨਤਾ ਹੋਊ, ਇਹ ਮਰਜ਼ਾਦਾ ਹੈ। ਕੋਈ ਪ੍ਰਾਣੀ ਹੈ ਉਹਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਕਰਾਉਣਾ ਇਹ ਜ਼ਰੂਰੀ ਹੈ। ਕਈ ਇਲਾਕਿਆਂ ਵਿੱਚ ਹੁਣ ਲੋਕ ਜਿਹੜੇ ਨੇ ਹੋਰ ਕੰਮਾਂ ਕਾਰਾਂ ਨੂੰ ਟਾਈਮ ਹੈਗਾ, ਬਾਣੀ ਤੋਂ ਇੰਨਾ ਚੱਲਣ ਲੱਗ ਗਏ। ਇਹ ਵੀ ਸੁਣਨ ਵਿੱਚ ਆਇਆ ਭਾਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਿਰ ਇਹ ਹੁਕਮ ਵੀ ਕਰਨਾ ਪਿਆ ਉਸ ਸਮੇਂ ਦੇ ਮੌਜੂਦਾ ਜਥੇਦਾਰ ਨੂੰ ਕਿ ਭਾਈ ਇਹੋ ਜਿਹੀਆਂ ਰੀਤੀਆਂ ਨਾ ਚਲਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਪੜ੍ਹ ਕੇ ਭੋਗ ਪਾਇਆ ਜਾਣਾ ਚਾਹੀਦਾ। ਕੋਈ ਵੀ ਮ੍ਰਿਤਕ ਪ੍ਰਾਣੀ ਹੈ, ਕਈ ਜਗ੍ਹਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਹੀ ਕੰਮ ਸਾਰਨ ਲੱਗ ਗਏ। ਇਹ ਉਦੋਂ ਹੀ ਬਸ ਆਓ ਤੇ ਸੁਖਮਨੀ ਸਾਹਿਬ ਪਾਠ ਕਰੋ ਕਿ ਇਹ ਨਵੀਂ ਰੀਤਾਂ ਲੱਭ ਲਈਆਂ, ਖੇਚਲ ਮੰਨਣ ਲੱਗ ਗਏ। ਹੁਣ ਆਮ ਹੀ ਦੇਖੋ ਸਹਿਜ ਪਾਠ ਤੋਂ ਤਾਂ ਉਹੀ ਦੁਨੀਆ ਚੱਲਣ ਲੱਗ ਗਈ। ਕਿਹੜਾ 6-7 ਦਿਨ ਮਹਾਰਾਜ ਕੋਲੇ ਬੈਠੂ, ਲੰਬਾ ਜਿਹਾ ਲਾਉਣਾ, ਘਰੇ ਲਿਆਓ ਸੁਖਮਨੀ ਕਰਾਓ, ਚਲੋ ਜੀ ਮਹਾਰਾਜ ਚੱਲ ਕਰਾਂ ਗੁਰਦੁਆਰੇ। ਤੇ ਹੁਣ ਸਾਨੂੰ ਆਪਦਾ ਪਿੱਟਣ ਦੇ ਤੰਦ। ਇਹ ਗੁਰਮੁਖੋ ਇਹ ਤਾਂ ਸਿੱਖ ਦੀ ਨਿਤਨੇਮੀ ਬਾਣੀ ਰੂਪ ਵਾ। ਸਿੱਖ ਪੜ੍ਹ ਲਏ ਖੁਦ ਤੇ ਸੰਗਤੀ ਰੂਪ ਵਿੱਚ ਮਹਾਰਾਜ ਦੀ ਬਾਣੀ ਦਾ ਪਾਠ। ਕੋਈ ਮ੍ਰਿਤਕ ਪ੍ਰਾਣੀ ਹੈ ਫਿਰ ਇਹ ਅਪੀਲ ਕਰਨੀ ਪਈ ਵੀ ਭਾਈ ਇਹ ਨਾ ਰੀਤਾਂ ਚਲਾਓ। ਤੇ ਬਹੁਤ ਜਗ੍ਹਾ ਤੇ ਐਸਾ ਚੱਲ ਪਿਆ, ਉਹ ਚੁੱਪ ਕਰਕੇ ਕੋਈ ਪ੍ਰਾਣੀ ਚੜ੍ਹਾਈ ਕਰਦਾ ਤੇ ਫੁੱਲ ਚੁਗਦੇ ਆ, ਸੁਖਮਨੀ ਸਾਹਿਬ ਕਰਾਉਂਦੇ ਆ, ਚਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਭੋਗ ਪੈ ਗਿਆ। ਤੀਏ ਦਿਨ ਕੰਮ ਨਿਬੇੜ ਕੇ ਕਹਿੰਦੇ ਆਪਦਾ ਕੰਮ ਕਰੋ। ਤੇ ਆਹ ਹਾਲ ਹੋ ਗਿਆ। ਤੇ ਇਹਦੇ ਨਾਲ ਬੰਦੇ ਦੀ ਕੀ ਹੈ, ਫਿਰ ਭਲਾ ਨਹੀਂ ਹੋਣਾ। ਗੁਰਬਾਣੀ ਬਿਨਾਂ ਭਲਾ ਨਹੀਂ ਹੋਣਾ ਹੈ। ਫਿਰ ਉਹ ਉੱਥੇ ਹੀ ਘੁੰਮਦਾ ਫਿਰੂ, ਬਨੇਰਿਆਂ ਦੇ ਬਹਿ ਕੇ ਪਿੱਟੂ ਫਿਰੋ ਦੇਖ ਨੂੰ ਵੀ ਆਇਆ ਤੂੰ, ਮੇਰੀ ਤਾਂ ਗਤੀ ਨਹੀਂ ਹੋਈ, ਤੈਨੂੰ ਕਿਹੜੇ ਖਵਾਉਣਾ। ਇਹੋ ਜਿਹਾ ਹਾਲ ਹੈ। ਫਿਰ ਇਸ ਕਰਕੇ ਦੇਖੋ ਮਹਾਰਾਜ ਨੇ ਉਸ ਸਮੇਂ ਵੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿਹਾ ਵੀ ਇਹ ਜਿਹੜੀ ਬਾਣੀ ਹੈ ਮ੍ਰਿਤਕ ਪਾਛੇ ਜੋ ਪਾਠ ਹੋਇਆ, ਜਦੋਂ ਮ੍ਰਿਤਕ ਪ੍ਰਾਣੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਊਗਾ, ਭੋਗ ਅੰਤ ਇਸ ਪਾਠ ਹੋਵੇ ਹੈ। ਤਾਂ ਅੰਤਲੇ ਦਿਨ ਜਿੱਦਾਂ ਭੋਗ ਪੈਣਾ ਉਦਾਂ ਇਸ ਪਾਵਨ ਸਤਿਨਾਮੇ ਬਾਣੀ ਦਾ ਨਾਲ ਪਾਠ ਹੋਵੇਗਾ।
ਅੰਤਕ ਕੀ ਪੀਰਾ ਨਹਿ ਛੁਐ ਹੈ। ਤੇ ਬਾਣੀ ਦਾ ਪਾਠ ਕਰਨ ਦਾ ਫਲ ਕੀ ਹੋਊ ਕਿ ਜਿਹੜੀ ਅੰਤ ਸਮੇਂ ਦੀ ਪੀੜ ਹੈ ਜਮਾਂ ਦੀ ਤੇ ਆਦਿਕ ਦੀ ਉਹ ਛੂਹੇਗੀ ਨਹੀਂ। ਅਸ ਬਿਦ ਬਰ ਦੇ ਕਰ ਗੁਰ ਪੂਰੇ। ਇਸ ਤਰ੍ਹਾਂ ਭਾਈ ਬਰ ਦੇ ਕਰਕੇ ਪੂਰੇ ਸਤਿਗੁਰੂ ਉੱਠੇ ਬੰਦ ਗੁਰ ਥਲ ਸੁਭਰੂਰੇ। ਗੁਰੂ ਪਾਤਸ਼ਾਹ ਮਹਾਰਾਜ ਜੀ ਬੰਦਨਾ ਕਰਕੇ ਭਾਈਓ ਸ਼ੁਭ ਥਲਦਾਨ ਨੂੰ ਚੁਬਾਰਾ ਸਾਹਿਬ ਨੂੰ ਮਹਾਰਾਜ ਉੱਠੇ ਹਨ। ਸਰਬ ਰੀਤ ਯਾਤਰਾ ਕਰ ਫਿਰੇ ਤੇ ਸਾਰੀ ਰੀਤੀ ਮਰਿਆਦਾ ਨਾਲ ਸਾਰੇ ਸਥਾਨਾਂ ਦੀ ਉੱਥੇ ਯਾਤਰਾ ਕੀਤੀ। ਮੰਦ ਮੰਦ ਆਵਤ ਭੇ ਘਰੇ। ਹੌਲੀ ਹੌਲੀ ਚੱਲਦੇ ਫਿਰ ਭਾਈ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਬੈਠ ਕਰਿਓ ਸੁਖ ਸੰਗ ਆਹਾਰਾ। ਸੁੱਖਾਂ ਦੇ ਨਾਲ ਸਤਿਗੁਰੂ ਨੇ ਬਹਿ ਕੇ ਭੋਜਨ ਛਕਿਆ। ਸ੍ਰੀ ਗੁਰੂ ਅਰਜਨ ਪਰਮ ਉਦਾਰਾ। ਐਸੇ ਹਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਹਾਨ ਉਦਾਰ ਚਿਤ ਸਖੀ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਕਿਵੇਂ ਫਿਰ ਸਾਰੀ ਬਾਣੀ ਇਕੱਤਰ ਕਰਕੇ ਬੀੜ ਰੂਪ ਤਿਆਰ ਹੋਏ ਉਹ ਕਥਾ ਅਗਲੇ ਦਿਨਾਂ ਚ ਆਵੇ। ਆਓ ਹੁਣ ਸਮਾਂ ਹੋ ਗਿਆ ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।